ਨਾਮ ਜਪੰਦੜੀ ਲਾਲੀ, ਪੰਦ ਜੁਲੰਦੜੀ ਮੇਰਾ ਅੰਦਰ ਠੰਡਾ। ਗੁਰ ਦਰਸ਼ਨ ਦੇਖ ਨਿਹਾਲੀ, ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਰਾਗ ਸੂਹੀ ਮਹਲਾ ਤੀਜਾ, ਕਰ ਤੀਜਾ। ਭਗਤ ਜਨਾ ਕੀ ਹਰ ਜਿਉ ਰਾਖੈ, ਜੁਗ ਜੁਗ ਰਖਦਾ ਆਇਆ ਰਾਮ। ਸੋ ਭਗਤ ਜੋ ਗੁਰਮੁਖ ਹੋਵੈ, ਹਉ ਮੈਂ ਸ਼ਬਦ ਜਲਾਇਆ ਰਾਮ। ਭਗਤ ਜਨਾ ਕੀ ਹਰ ਜਿਉ ਰਾਖੈ, ਜੁਗ ਜੁਗ ਰਖਦਾ ਆਇਆ ਰਾਮ। ਸੋ ਭਗਤ ਜੋ ਗੁਰਮੁਖ ਹੋਵੈ, ਹਉ ਮੈਂ ਸ਼ਬਦ ਜਲਾਇਆ ਰਾਮ। ਮਨ ਮੁਖ ਭਗਤ ਕਰੈ ਬਿਨ ਸਤਿਗੁਰ, ਵਿਣ ਸਤਿਗੁਰ ਭਗਤ ਨ ਹੋਈ ਰਾਮ। ਹਉ ਮੈਂ ਮਾਇਆ ਰੋਗ ਵਿਆਪੇ, ਮਰ ਜਨਮੈ ਦੁਖ ਹੋਈ ਰਾਮ। ਮਰ ਜਨਮੈ ਦੁਖ ਹੋਈ, ਦੂਜੈ ਭਾਏ ਪਰਜ ਵਿਗੋਈ। ਵਿਣ ਗੁਰ ਤਤ ਨਾ ਜਾਣਿਆ, ਭਗਤ ਵਿਹੂਣਾ ਸਭ ਜਗ ਭਰਮਿਆ। ਅੰਤ ਗਿਆ ਪਛੁਤਾਨਿਆ, ਕੋਟ ਮਧੇ ਕਿਨੈ ਪਛਾਣਿਆ। ਹਰ ਨਾਮਾ ਸਚ ਸੋਈ, ਨਾਨਕ ਨਾਮ ਮਿਲੈ ਵਡਿਆਈ। ਦੂਜੈ ਭਾਏ ਪਤ ਖੋਈ, ਭਗਤਾਂ ਕੈ ਕਰ ਕਾਰਜ ਸਾਚਾ। ਹਰ ਗੁਣ ਸਦਾ ਵਖਾਣੇ ਰਾਮ। ਭਗਤ ਖਜ਼ਾਨਾ ਆਪੇ ਦੀਆ, ਕਾਲ ਕੰਟਕ ਮਾਰ ਸਮਾਣੇ ਰਾਮ। ਕਾਲ ਕੰਟਕ ਮਾਰ ਸਮਾਣੇ, ਹਰ ਮਨ ਭਾਣੇ। ਨਾਮ ਨਿਧਾਨ ਸਚ ਪਾਇਆ, ਸਦਾ ਅਖੁੱਟ ਕਦੇ ਨਾ ਨਿਖੁਟੈ। ਹਰ ਦੀਆ ਸਹਿਜ ਸੁਭਾਇਆ, ਹਰ ਜਨ ਊਚੇ ਸਦ ਹੀ ਊਚੇ। ਗੁਰ ਕੈ ਸ਼ਬਦ ਸੁਹਾਇਆ, ਨਾਨਕ ਆਪੇ ਬਖਸ਼ ਮਿਲਾਏ। ਜੁਗ ਜੁਗ ਸੋਭਾ ਪਾਇਆ, ਹਰ ਜਨ ਊਚੇ ਸਦ ਹੀ ਊਚੇ। ਗੁਰ ਕੈ ਸ਼ਬਦ ਸੁਹਾਇਆ, ਨਾਨਕ ਆਪੇ ਬਖਸ਼ ਮਿਲਾਏ। ਜੁਗ ਜੁਗ ਸੋਭਾ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਾਰ ਅਸੀਮ ਬਖਸ਼ਿਸ਼। ਸ਼ਾਮ ਸਮੇਂ ਅਸੀਂ ਸਤਸੰਗਤ ਦਾ ਸਮਾਂ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰ ਸ਼ਬਦ ਵਿਆਖਿਆ ਵਿੱਚ ਸੂਹੀ ਰਾਗ ਦੇ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਵਨ ਬਚਨ ਅਸੀਂ ਵਿਚਾਰ ਰਹੇ ਹਾਂ। ਛੰਤਾਂ ਦੇ ਬਚਨ ਨੇ, ਜਿਹਦੇ ਵਿੱਚ ਕਿਉਂਕਿ ਛੰਤ ਸਰੂਪ ਦੇ ਅੰਦਰ 4 ਪਦਿਆਂ ਦਾ ਇਹ ਬਚਨ ਹੈ। ਸ਼ੁਰੂਆਤੀ 2 ਬੰਦ ਵਿਚਾਰੇ ਨੇ। 3 ਨੰਬਰ ਪਦੇ ਤੋਂ ਅੱਜ ਅਸੀਂ ਵਿਚਾਰ ਅੱਗੇ ਤੋਰਾਂਗੇ। ਜੇਕਰ ਆਪਾਂ ਥੋੜ੍ਹਾ ਜਿਹਾ ਆਪਣੇ ਜੋ ਬੀਤੇ 'ਚ ਵਿਚਾਰ ਕੀਤੇ ਇਹਨਾਂ ਨੂੰ ਰੀਕਾਲ ਕਰਦੇ ਹਾਂ, ਅਤੇ ਉਹਦੇ 'ਚ ਪਤਾ ਲੱਗਦਾ ਹੈ ਕਿ ਅਸੀਂ ਡਿਸਕਸ ਕਰ ਰਹੇ ਸੀਗੇ ਸ਼ਬਦ ਦੀ ਵਿਵੇਚਨਾ ਦੇ ਨਾਲ ਕਿ ਭਗਤ ਜੋ ਹੈ ਉਹਦੀ ਲੱਜ ਅਕਾਲ ਪੁਰਖ ਵਾਹਿਗੁਰੂ ਪਾਲਦਾ ਆ। ਸੋ ਇੱਕ ਬੜੀ ਜਿਹਨੂੰ ਕਿਹਾ ਜਾਏ ਕਿ ਬੜੀ
ਪੋਜ਼ਿਟਿਵ ਤੇ ਬੜੀ ਚੜ੍ਹਦੀ ਕਲਾ ਵਾਲੀ ਬਾਤ ਹੈ, ਪਰ ਉਹਦੇ ਨਾਲ ਭਗਤ ਹੋਣ ਦਾ ਬੰਦੇ ਨੂੰ ਉਹ ਵੀ ਪਤਾ ਹੋਏ ਭਗਤ ਕਿਵੇਂ ਹੋਣਾ ਆ, ਕਿਉਂਕਿ ਇੱਥੇ ਭਗਤ ਦੀ ਲਾਜ ਪਾਲੀ ਜਾ ਰਹੀ ਹੈ। ਇੱਥੇ ਜਿਸ ਨੇ ਭਜਨ ਗਿਆਨ ਤੇ ਤਿਆਗ ਦੀ ਉਸ ਜੀਵਨ ਸ਼ੈਲੀ ਨੂੰ ਅਡਾਪਟ ਕੀਤਾ ਹੈ, ਉਹਦੇ ਉੱਤੇ ਕਰਤਾਰੀ ਕੁਦਰਤ ਦਾ ਤਰਸ ਹੈ। ਇਹਦੇ ਅੰਦਰ ਜਿਹੜਾ ਵੱਡਾ ਰੋਲ ਆ ਉਹ ਹੈਗਾ ਸਤਿਗੁਰ ਦਾ। ਹੁਣ ਸਤਿਗੁਰ ਇੱਥੇ ਜਿਹਨੂੰ ਕਹਿ ਲਵੋ ਕਿ ਇੱਕ ਕੰਪਲੀਟ ਇੰਸਟੀਟਿਊਸ਼ਨ ਆ, ਜਿਹਦੇ ਵਿੱਚ ਇੱਕ ਵਿਸ਼ਵਾਸ, ਇੱਕ ਬਿਲੀਵ ਸਿਸਟਮ, ਉਹਦੇ ਨਾਲ ਇੱਕ ਕੋਡ ਆਫ ਕੰਡਕਟ, ਤੇ ਫਿਰ ਇੱਕ ਬੜਾ ਵੱਡਾ ਜੀਵਨ ਜੀਣ ਦਾ, ਆਰਾਧਨ ਦਾ, ਸਮਝਣ ਦਾ ਫਲਸਫਾ, ਇਹ ਸਾਰਾ ਕੁਝ ਉਹਦੇ ਨਾਲ ਅੰਗੇਜ ਕਰਦਾ ਆ। ਜੇ ਕੋਈ ਬਸ਼ਰ, ਕੋਈ ਮਾਨੁਖ ਇਸ ਰਾਹ ਦੇ ਉੱਤੇ ਤੁਰਨਾ ਚਾਹੁੰਦਾ ਆ, ਭਗਤ ਹੋਣਾ ਚਾਹੁੰਦਾ ਆ, ਤੇ ਉਸ ਨੂੰ ਉਹਦੇ ਵਾਸਤੇ ਜੋ ਸਤਿਗੁਰੂ ਇੰਸਟੀਟਿਊਸ਼ਨ ਆ ਉਹਦੇ ਨਾਲ ਸਾਂਝ ਪਾਉਣੀ ਪਏਗੀ, ਕਿਉਂਕਿ ਅਲਟੀਮੇਟਲੀ ਉਹੀ ਇੱਕ ਸਿੱਖਿਆ ਦਾ ਸੋਰਸ ਤੇ ਉਹਦੇ ਨਾਲ ਸਾਡੀ ਸਾਂਝ ਬਣਦੀ ਹੈ। ਗੁਰੂ ਬਾਬਾ ਜੀ ਨੇ ਜਿਹੜੀ ਇੱਥੇ ਬਾਤ ਕੀਤੀ ਹੈ, ਤੀਸਰਾ ਪਦਾ ਜਿਹੜਾ ਆ, ਗੁਰੂ ਅਮਰਦਾਸ ਸਾਹਿਬ ਕਹਿੰਦੇ ਨੇ, ਮਨਮੁਖ ਭਗਤ ਕਰਹਿ ਬਿਨ ਸਤਿਗੁਰ, ਵਿਣ ਸਤਿਗੁਰ ਭਗਤ ਨਾ ਹੋਈ ਰਾਮ। ਜਿਹੜੇ ਮਨ ਦੇ ਮੁਰੀਦ ਨੇ ਉਹ ਕੀ ਕਰਦੇ ਨੇ? ਭਗਤੀ ਕਰਦੇ ਨੇ ਬਿਨਾਂ ਸਤਿਗੁਰ ਤੋਂ। ਹੁਣ ਬਿਨਾਂ ਸਤਿਗੁਰ ਤੋਂ, ਜਿਹਨੂੰ ਅਸੀਂ ਡਾਰਕ ਹੰਟਿੰਗ ਕਹਿੰਦੇ ਆ, ਇਹ ਅਕਾਲ ਪੁਰਖ ਵਾਹਿਗੁਰੂ ਦਾ ਕੁਝ ਐਸਾ ਨਿਜ਼ਾਮ ਹੈ। ਜਿਵੇਂ ਸਾਡੇ ਆਦਿ ਗੁਰੂ ਗੁਰੂ ਨਾਨਕ ਸਾਹਿਬ, ਉਹਨਾਂ ਬਾਰੇ ਭਾਈ ਗੁਰਦਾਸ ਜੀ ਰਚਨਾ ਲਿਖਦੇ ਵੀ, ਜਾਹਰ ਪੀਰ ਜਗਤ ਗੁਰ ਬਾਬਾ। ਉਹ ਜ਼ਾਹਿਰਾ ਤੌਰ ਤੇ ਪੂਰੇ ਸੰਸਾਰ ਦੇ ਪੀਰ ਤੇ ਗੁਰੂ ਸੀ। ਜਨਮ ਜਾਤ ਗੁਰੂ ਜੋਤ ਦੇ ਨਾਲ ਉਹਨਾਂ ਦੀ ਆਮਦ ਹੁੰਦੀ। ਇਹ ਅਸੀਂ ਪੜ੍ਹਦੇ ਹਾਂ ਗੁਰਮਤ ਰਾਵਾਂ ਦੇ ਵਿੱਚ, ਗੁਰਮਤ ਖਿਆਲਾਂ ਦੇ ਵਿੱਚ। ਤੇ ਹੁਣ ਉਹ ਜਿਹੜਾ ਉਹਨਾਂ ਨੇ ਜੀਵਨ ਜੀਵਿਆ, ਉਹਦੇ ਵਿੱਚ ਦੱਸਿਆ, ਤੇ ਫਿਰ ਆਪ ਵੀ ਅਹਿਸਾਸ ਕਰਵਾਇਆ ਸਾਨੂੰ ਕਿ ਗੁਰ ਪਰਮੇਸ਼ਰ ਮੇਰਾ ਗੁਰੂ ਹੈ, ਤੇ ਉਸ ਗੁਰੂ ਪਰਮੇਸ਼ਰ ਨੂੰ ਮੈਂ ਸ਼ਬਦ ਦੇ ਜ਼ਰੀਏ ਸਾਖਸ਼ਾਤ ਕਰ ਰਿਹਾ ਆਪਣੇ ਵਾਸਤੇ ਤੇ ਹੋਰਾਂ ਵਾਸਤੇ। ਸੋ ਇੱਕ ਇੰਸਟੀਟਿਊਸ਼ਨ ਬਿਲਡ ਕੀਤਾ ਤਾਂ ਕਿ ਜਿਹੜੀ ਮਨੁੱਖਤਾ ਆ ਕਿਤੇ ਗਵਾਚ ਨਾ ਜਾਏ, ਕਿਤੇ ਰੁਲ ਨਾ ਜਾਏ। ਉਹਨਾਂ ਨੂੰ ਇੱਕ ਰਾਹ ਵਿਖਾਇਆ ਗੁਰੂ ਸਾਹਿਬ ਨੇ। ਹੁਣ ਉਸ ਰਾਹ ਨੂੰ, ਇਸ ਤੋਂ ਪਹਿਲਾਂ ਅਸੀਂ ਭਗਤਾਂ ਦਾ ਜੀਵਨ ਪੜ੍ਹਦੇ ਹਾਂ। ਅਸੀਂ ਬੀਤੇ ਕੱਲ੍ਹ ਤੋਂ, ਸ਼ਾਇਦ ਪਿਛਲੇ ਰੋਜ਼ ਹੀ, ਭਗਤ ਕਬੀਰ ਜੀ ਬਾਰੇ ਬਾਤ ਕਰ ਰਹੇ ਸੀਗੇ। ਕਹੋ ਕਬੀਰ ਮੈਂ ਸੋ ਗੁਰ ਪਾਇਓ, ਜਾਂ ਕੋ ਨਾਉ ਬਿਬੇਕੋ। ਉਹ ਵੀ ਕਹਿੰਦੇ ਗੁਰ ਬਿਨਾਂ ਕਲਿਆਣ ਨਹੀਂ, ਪਰ ਇੱਥੇ ਗੁਰ ਵਿਵੇਕ ਬਣ ਗਿਆ। ਇਹ ਕੋਈ ਸ਼ੱਕ ਨਹੀਂਗਾ ਕਿ ਜਿਹੜਾ ਹਿਊਮਨ ਇਨਰ ਇਨਸਟਿੰਕਟ ਆ, ਜਦੋਂ ਬੰਦਾ ਉਹਨੂੰ ਸਹੀ ਰੂਪ ਵਿੱਚ ਸਮਝ ਲੇ ਤੇ ਉਹਦੇ ਨਾਲ ਜਾਣ ਪਹਿਚਾਣ ਬਣਾ ਲੇ, ਉਹ ਬਿਲਕੁਲ ਇਹਨੂੰ ਸੱਚ ਦੇ ਨੇੜੇ ਲੈ ਜਾਂਦਾ, ਉਹ ਸੱਚਿਆਰ ਬਣਾ ਦਿੰਦਾ। ਜਿਹੜੀ ਇਹ ਇਨਰ ਅਟੈਚਮੈਂਟ ਆ, ਜਾਂ ਜਿਹਨੂੰ ਕਿਹਾ ਜਾਏ ਕਿ ਬੰਦੇ ਦੀ ਆਪਣੇ ਆਪੇ ਨਾਲ ਸਾਂਝ ਆ, ਇਹੀ ਗੁਰ ਰੂਪ ਆ। ਹਾਂ, ਸਾਨੂੰ ਆਪਣੇ ਆਪ ਨੂੰ ਸਮਝਣ ਵਿੱਚ ਮਦਦ ਚਾਹੀਦੀ ਹੈ। ਇਹਦੇ ਲਈ ਗੁਰੂ ਸਾਹਿਬ ਨੇ ਇੰਸਟੀਟਿਊਸ਼ਨ ਬਣਾਇਆ, ਗੁਰੂ ਸ਼ਬਦ ਦਾ ਜਿਹੜਾ ਸਾਰੇ ਦਾ ਸਾਰਾ ਗੁਰਮਤ ਮਰਿਆਦਾ ਦਾ ਸਭ ਕੌਨਸੈਪਟ ਸਾਨੂੰ ਦਿੱਤਾ। ਪਰ ਕਈ ਵਾਰ ਇਹ ਵੀ ਹੋਇਆ ਹੈ ਕਿ ਜੇ ਮੈਂ ਜ਼ਿਕਰ ਕਰਾਂ ਕਿ ਆ ਬਚਨ ਹੀ ਆ ਰਿਹਾ, ਮਨਮੁਖ ਭਗਤ ਕਰੇ ਬਿਨ ਸਤਿਗੁਰ। ਕਈ ਵਾਰ ਬੰਦਾ ਕਹਿੰਦਾ ਨਹੀਂ ਨਹੀਂ, ਮੈਂ ਭਗਤੀ ਜਿਹੜੀ ਹੈ ਨਾ, ਮੈਂ ਭਜਨ ਬੰਦਗੀ ਕੋਈ ਹੋਰ ਸਭ ਕੁਝ ਮੈਂ ਗੁਰੂ ਇੰਸਟੀਟਿਊਸ਼ਨ ਤੋਂ ਬਿਨਾਂ ਵੀ ਕਰ ਸਕਦਾ। ਦੇयर इज़ नो ਨੀਡ ਫॉर दैट। ਇਹਨੂੰ ਸਰਲ ਭਾਵ ਵਿੱਚ ਬਿਆਨ ਕਰਦਾ ਹਾਂ। ਕਾਫੀ ਸਾਲ ਪਹਿਲਾਂ ਦੀ ਗੱਲ ਹੈ, ਮੈਨੂੰ ਇੱਕ ਯੰਗ ਬੱਚੇ ਨੇ ਸਵਾਲ ਪੁੱਛਿਆ ਸੀਗਾ ਇੱਕ ਡਿਊਰਿੰਗ ਅ ਗੁਰਮਤ ਕੈਂਪ। ਹੀ ਵਾਜ਼ ਆਸਕਿੰਗ, ਸਪੋਜ਼ ਆਈ ਐਮ ਨੋਟ ਫੋਲੋਇੰਗ ਸਿੱਖ ਪ੍ਰਿੰਸੀਪਲਸ, do you think if I'm not following Sikh principles I cannot be a good human being? ਮੈਂ ਕਿਹਾ ਉਹਨੂੰ, ਵੈਸੇ ਮੈਂ ਸਵਾਲ ਨੂੰ ਵੈਰੀਫਾਈ ਕਰਵਾਇਆ ਉਹਦੇ ਤੋਂ ਵੀ ਕੈਨ ਯੂ ਐਲੈਬੋਰੇਟ ਇਟ ਲਿਟਲ ਬਿਟ। ਉਹ ਕਹਿੰਦਾ ਵੀ ਸਪੋਜ਼ ਸਿੰਪਲ ਗੱਲ ਆ ਕਿ ਮੈਂ ਸਿੱਖ ਮਰਿਆਦਾ, ਸਿੱਖ ਰਹਿਣੀ ਰਹਿਤ 'ਚ ਨਹੀਂ ਆਉਂਦਾ, ਤੇ ਕੀ
मैं चंगा मनुख नहीं बन सकता। भई क्यों नहीं बन सकता? जरूर बन सकता। पर जो चंगा मनुख बन के अपने आप को देखेगा, बिल्कुल जिहड़ी सिख आइडियोलॉजी है वो पैरलर ही खड़ा होगा आके, क्योंकि ये दोनों चीज़ां एक दूजे नाल बिल्कुल कोरिलेट करदियां ने। बाकी गल रही कि हाँ तेरे अंदर ये बात है कि जिहड़ा सिੱਖੀ वे ऑफ लाइफ है उन्होंने जरूरी तो नहीं फॉलो करना इस किस्म के नाल। सिंपल एग्जाम्पल मैं की सीगी कि तुसी अज भी देखते हो स्कूलिंग जिहड़ी बच्चों की अजकल तो बड़े सोर्सिस ने, अजकल सारा कुछ ऑनलाइन अवेलेबल आ, यूट्यूब से अवेलेबल आ, किताबां ने, पूरे पूरे ट्यूटोरियल्स पे ने सारे। पर सब होने के बावजूद भी जिहड़ी प्राइवेट एजुकेशन आ वो लैण वाले किन्ने क लोग ने, तो कल्ले ही नहीं वो लैके सक्सैस होने वाले किन्ने लोग ने? ना मात्र। थानू शायद एक अधी डाटा शायद मैं काफ़ी समय पहला पढ़िया सीगा कि 0.0001% मतलब माइनस में जाके बहुत थोड़े च लोग किते किते कोई मिलेगा ठावा। अदरवाइज जिहड़ा जमात विच बह के पढ़ना, क्लास विच बह के पढ़ना, जिहड़ा किसी इंस्टीट्यूशन विच जाके पढ़ना, वही कारगर है। एग्जैक्टली जिहड़ा स्पिरिचुअलिटी का भी रंग आ, हाँ बंदा अपने आप नूं जिहड़ा एक फेक कॉन्फिडेंस रख लवे, एक फेक बलीव लै आवे कि ठीक है, बट ਉਹਦੇ ਨਾਲ प्राप्ति कुछ नहीं। प्राप्ति तो है किसी डिसिपलिन ਨੂੰ फॉलो करके। ਇਹਦੇ ਉੱਤੇ भाई गुरदास जी ਦੀਆਂ रचनावां चो जे कुछ पढ़ते हैं तो बड़े बड़िया मैटाफोरिक वे नाल मिसालां दे के बात समझाउंदे। वो कहते भी कई बार बंदे की हालत होंदी है, क्योंकि ये बचन है ना, मनमुख भगत करें बिन सतगुर। वो कहते कई बार ऐसा होंदा है राह छड़ उजड़ पवै, आगू नूं भूला कर जाना। गुरु आगू है, अगवाई देने वाला है, उसनूं समझना कि नहीं नहीं उन्होंने नहीं पता, गुरु नूं नहीं पता, मैं अपने तौर पर अपना राह लभ लवांगा। सिखां दे घर विच पैदा होए हाँ, सिੱਖੀ एक बिलीव सिस्टम के तौर पर मिली है, सिੱਖੀ नाल सांझ आ, पर फिर सानू गुरु नालों विश्वास वाला रंग जिहड़ा आ वो कई बार नहीं चढ़ता। तो मैं बच्चों की बात छोड़ो, वड्डियां की गल करदा। इस तरह ही राह छड़ उजड़ पवै, किसी नूं प्रॉपर राह बना के दिता, फिर उजाड़े दे राह तुर पवे। आगू नूं भूला कर जाना है, बेड़े विच बहाली है, कुद पवै विच वहण तंगाना है। कोई बहुत वड्डा दरिया होए, कहंदे ने भवसागर है बड़ा वड्डा, ते भवसागर तो पार होने वास्ते बेड़ा बनाया, एक शिराजा सिरजिया गुरु साहब ने। तो उस बेड़े दे सानू बिठाता भी आ जिहड़ियां कुछ तरीकेकारता ने, कुछ जीवन के डिसिपलिनस ने, इन्हां नूं फॉलो करी, गुरु बॉडी करेगा, गुरु तेरी बांह फड़ेगा। यही सानू कहा गया सीगा। होया कि बंदे ने क्या ना 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 मैं बेड़े च नहीं बहना, हाँ मैं तो आप अपने तौर पर तर के भवसागर पार करांगा। भाई अपने तौर पर तर के भवसागर पार करना आप ईजीली देख सकते हो, किन्ने क लोग किस तरीके ना करते हैं। सिख होने का मतलब जानो, सिख होने का मतलब है नशियां तो मुक्ति। मेरे इत्थे एक वीर है तो कुछ इस किस्म की फिजिकल फिटनेस की एक्टिविटीज़ मनोवर है, तो डिफरेंट फेथ ग्रुप के लोग वो कोल जिहड़ा है वो करते हैं। आप अपने बिलीफ सिस्टम के नाल सारे सिख नहीं गे, पर वो आप सिक्खी स्कूल ऑफ थॉट विचों आ रहा। बाय चांस किते सारे है तो साउथ एशियन कम्यूनिटी चो सीगा, तो उसने उन्होंने एक दिन वैसे ही कहा कि भाई आप कल नूं कोई फैसटीवल सीगा, आप सारे ने पग बन्ननी। तो जो ये गल कही तो उसनूं कोई टैक्सट मैसेज आए, जिन्हां टैक्सट मैसेज दे विच जिहड़े लोग सिੱਖੀ विचारधारा विचों नहीं सी आ रहे, जिन्हां दे रूट्स डिफरेंट सीगे, उन्हां लोकां दे कुछ टैक्सट मैसेज सीगे। उन्हां चों 2-4 टैक्सट मैसेज ये सीगे कि वीर जी तुहाडा मैसेज तो मिलिया आ, बट यू नो वी हैव ए ट्रबल की है? ट्रबल ये हैगी कि पग तो असीं लै आवांगे, वी कैन बाय फ्रॉम एनी स्टोर, बट द इशू इज़ वी डोंट नो हाउ टू टाई इट। अच्छा, वो कहते इट्स ओके, कोई गल नहीं, मैं तो वैसे मैसेज भेजा सीगा, जे तुहाडे तो नहीं टाई होंदी तो वड्डी गल नहीं है। उन्होंने इस तरीके उन्होंने फिर दोबारा मैसेज टाइप करके भेजा भी नो दैट्स नॉट एक्चुअली एसेंशियल, आई वाज जस्ट सजेस्टिंग इफ यू
have access and if you can do it, that would be actually very nice. Otherwise, everything's okay. ठीक है जी. खैर वो गल हुई. उस तो बाद सेम फैमिली की कॉल आई. तो कहते कॉल आ, मैंने खुद दसिया. कॉल आई तो कहते कि ਵੀਰ ਜੀ ਤੁਹਾਡਾ ਸ਼ੁਕਰੀਆ. ਉਹ ਕਹਿੰਦੇ ਕਿਸ ਗੱਲ ਵਾਸਤੇ? ਕਹਿੰਦੇ ਵੀ ਕਮਾਲ ਇਹ ਹੋਈ ਕਿ ਇਸ ਬੱਚੇ ਨੂੰ ਦਸਤਾਰ ਬੰਨੀ ਆ ਰਿਹਾ ਤੁਹਾਡੇ ਕੋਲ, ਤੇ ਇਹ ਬੰਨੀ ਇਹਦੀ ਵੱਡੀ ਭੈਣ ਨੇ. she learned everything from YouTube or from other actually kind of resources, and then she tried multiple time and finally she got proper actually ਜਿਹੜਾ ਹੈਗਾ ਇਸ ਤਰੀਕੇ ਦੇ ਨਾਲ. ਤੇ ਉਹ ਕਹਿੰਦੇ ਵੀ ਬੜਾ ਵਧੀਆ ਕਮਾਲ ਦੀ ਗੱਲ, ਮੇਰੇ ਵੱਲੋਂ ਵਧਾਈ. ਤਾਂ ਜੀ ਕਹਿੰਦੇ ਤੁਹਾਨੂੰ ਵਧਾਈ ਹੋਏ, ਕਿਉਂਕਿ ਇਸ ਸਾਰੇ ਦੇ ਨਾਲ ਸਾਡੀ ਇੱਕ ਡਿਫਰੈਂਟ ਕਿਸਮ ਦੀ ਇੰਗੇਜਮੈਂਟ ਉਹਨਾਂ ਰੂਟਸ ਨਾਲ ਹੋਈ ਜਿਹੜੇ ਸ਼ਾਇਦ ਸਾਡੇ ਕਦੀ ਬਜ਼ੁਰਗ ਫੋਲੋ ਕਰਦੇ ਹੋਣਗੇ ਜਾਂ ਉਸ ਇਨਵਾਇਰਮੈਂਟ 'ਚ ਅਸੀਂ ਵੀ ਸ਼ਾਇਦ ਉਹਦੇ ਨਾਲ ਯੂਜ਼ ਟੂ ਹੋਵਾਂਗੇ, ਪਰ ਅਸੀਂ ਬਿਲਕੁਲ ਹੀ ਭੁੱਲ ਗਏ ਸੀਗੇ. ਫਿਰ ਉਹ ਮੈਨੂੰ ਪੁੱਛਦੇ, ਕਹਿੰਦੇ ਵੀਰ ਜੀ ਆਹ ਗੱਲ ਹੋਈ ਸੀ ਇਸ ਤਰੀਕੇ ਨਾਲ, ਠੀਕ ਕੀਤਾ? ਮੈਂ ਕਿਹਾ ਬਹੁਤ ਵਧੀਆ ਕੀਤਾ. ਬਲਕਿ ਉਹਨੂੰ ਦੱਸਣਾ ਸੀਗਾ ਕਿ ਜਿਸ ਪੱਗ ਦੀ, ਜਿਸ ਸਿੱਖੀ ਦੀ ਗੱਲ ਹੋ ਰਹੀ, ਇਹਦਾ ਮਤਲਬ ਇਹ ਹੈ, ਸਿੱਖੀ ਦਾ ਮਤਲਬ ਜਾਣੋ, ਨਸ਼ਿਆਂ ਤੋਂ ਮੁਕਤੀ. ਦੈਟ ਇਜ਼ ਸਿੱਖੀ. ਇਹ ਹੈ ਬੇੜੇ ਵਿੱਚ ਬਹਾਲੀ ਹੈ. ਇੱਕ ਬੇੜਾ ਸਿਰਜਿਆ ਗੁਰੂ ਸਾਹਿਬ ਨੇ. ਸਿੱਖੀ ਦਾ ਮਤਲਬ ਵਕਾਰਾਂ ਤੋਂ ਮੁਕਤੀ, ਬੇੜਾ ਆ. ਸਿੱਖੀ ਦਾ ਮਤਲਬ ਮੇਰ, ਤੇਰ, ਈਰਖਾ, ਦੁਐਖ, ਇਹ ਤੋਂ ਮੁਕਤੀ. ਸਿੱਖੀ ਦਾ ਮਤਲਬ ਹੈ ਗੁਰੂ ਤੇ ਰੱਬ ਨਾਲ ਸਿੱਧੀ ਰਿਲੇਸ਼ਨਸ਼ਿਪ, ਤੇ ਆਪਣੇ ਆਪ ਨੂੰ ਉਸ ਲੈਵਲ ਤੇ ਲੈ ਆਉਣਾ ਜਿੱਥੇ ਜਾ ਕੇ ਉਹਦੀ ਰਜ਼ਾ ਵਿੱਚ ਰਾਜ਼ੀ ਰਹਿਣ ਦੀ ਗੱਲ ਸਮਝ ਆਵੇ. ਕਿਆ ਕਮਾਲ ਹੈ! ਇਹ ਤੇ ਗਲੋਰੀਅਸ ਚੀਜ਼ ਆ. ਪਰ ਬੰਦਾ ਤੇ ਫਿਰ ਇਕੱਲਾ ਹੀ ਨਹੀਂ, ਹਰ ਤਰ੍ਹਾਂ ਦੇ ਵਹਿਮ, ਭਰਮ, ਦਮ, ਪਖੰਡ, ਅਡੰਬਰ, ਸਭ ਤੋਂ ਬੰਦੇ ਦੀ ਹਾਲਤ ਇਹ ਹੈ, ਬੰਦਾ ਅੱਜ ਵੀ ਵਹਿਮ ਮੰਨਣ ਤੋਂ ਨਹੀਂ ਹਟਦਾ. ਅੱਜ ਵੀ ਉਹ ਛੋਟੇ ਛੋਟੇ ਜਿਹੜਾ ਹੈਗਾ ਦਿਨ ਥਿਤਵਾਰ ਵਿਚਾਰਨ ਤੱਕ ਸਭ ਚੀਜ਼ਾਂ ਦੇ ਵਿੱਚ ਪੈਣ ਦੇ ਚੱਕਰਾਂ 'ਚ ਪਿਆ ਆ. ਇਸ ਤਰ੍ਹਾਂ ਹੀ ਹੈ ਜਿਹਨੂੰ ਭਾਈ ਗੁਰਦਾਸ ਜੀ ਕਹਿ ਰਹੇ ਨੇ ਕਿ ਬੇੜੇ ਵਿੱਚ ਬਹਾਲੀਏ ਕੁੱਦ ਪਵੈ ਵਿੱਚ ਵਹਿਣ ਧਿੰਗਾਣੇ. ਕਹਿਣ ਲੱਗੇ ਕਿ ਸੁਗੜਾ ਮੂਰਖ ਜਾਣਦਾ. ਜੇ ਕਿਤੇ ਸੁਗੜ ਸਿਆਣੇ ਮਿਲ ਜਾਣ ਨਾ, ਤੇ ਉਹਨਾਂ ਨੂੰ ਮੂਰਖ ਜਾਣਦਾ. ਉਹਨਾਂ ਨੂੰ ਕਹਿੰਦਾ ਕਿ ਤੁਹਾਨੂੰ ਕੀ ਪਤਾ ਆ. ਹਕੀਕਤ ਇਹ ਹੈ, ਸੁਗੜਾ ਮੂਰਖ ਜਾਣਦਾ, ਆਪ ਸੁਗੜ ਹੋਏ ਵਰਤੀ ਜਾਣੇ. ਦਾਨੇ ਲੋਕ ਕਹਿੰਦੇ ਨੇ, ਗੁਰੂ ਇਹੀ ਸਿਖਾਉਂਦਾ. ਗੁਰੂ ਸਿਖਾਉਂਦਾ ਹੈ ਬੰਦੇ ਆਪਣੀ ਸਰੋਤ ਵੱਡੀ ਕਰ. ਜਦੋਂ ਸਰੋਤ ਵੱਡੀ ਕਰੇਗਾ ਫਿਰ ਘੱਟ ਬੋਲੇਗਾ, ਵੱਧ ਸੁਣੇਗਾ. ਵੱਧ ਸੁਣ ਕੇ ਵੱਧ ਪ੍ਰੋਸੈਸ ਕਰੇਗਾ, ਤੇ ਇਕੱਲਾ ਵੱਧ ਨਹੀਂ ਸੁਣੇਗਾ, ਚੰਗਾ ਸੁਣੇਗਾ, ਉਮਦਾ ਸੁਣੇਗਾ. ਜੇ ਇਕੱਲਾ ਜਪਜੀ ਸਾਹਿਬ ਹੀ ਪੜ੍ਹਦੇ ਹਾਂ, ਸ਼ਬਦ ਪੜ੍ਹਦੇ ਹਾਂ, ਸੁਣਿਆ ਸਿੱਧ ਪੀਰ ਸੁਰਨਾਥ, ਜੋ ਮੈਂ ਹੁਣ ਸੁਣ ਰਿਹਾ ਵਾਂ, ਉਹ ਭਾਵੇਂ ਦੁਨੀਆਦਾਰੀ ਦੀਆਂ ਗੱਲਾਂ ਨੇ, ਭਾਵੇਂ ਨਿੰਦਿਆ ਬਖੇਲਗੀ ਹੈ, ਭਾਵੇਂ ਸੋ ਕਾਲਡ ਗਾਣੇ ਵਜਾਣੇ, ਸਭ ਜਿਹੜੇ ਵਾਸ਼ਨਾ ਪ੍ਰਸਤਗੀ 'ਚ ਨੇ, ਹੰਕਾਰ ਪ੍ਰਸਤਗੀ ਵਿੱਚ ਨੇ, ਨਸ਼ਿਆਂ ਆਦਿ ਨੂੰ ਵਧਾ ਰਹੇ ਨੇ, ਇਹੋ ਜਿਹੀਆਂ ਚੀਜ਼ਾਂ, ਇਹਨਾਂ ਨੂੰ ਸੁਣ ਕੇ ਮੈਂ ਕਿੱਥੇ ਜਾਵਾਂਗਾ? ਮੰਜ਼ਲੇ ਮਕਸੂਦ ਕੀ ਹੋਏਗੀ? ਅਲਟੀਮੇਟਲੀ ਜਿਹੋ ਜਿਹੇ ਬੋਲ, ਜਿਹੋ ਜਿਹੇ ਬਚਨ ਮੈਂ ਕੰਨਾਂ ਵਿੱਚ ਪਾ ਰਿਹਾ, ਜੇ ਲਗਾਤਾਰ ਪੈਂਦੇ ਰਹਿਣ ਤੇ ਇਹੀ ਚੀਜ਼ ਨੂੰ ਮੈਂ ਪ੍ਰੋਸੈਸ ਕਰਕੇ ਇਹੋ ਜਿਹਾ ਹੋ ਜਾਵਾਂ ਤਾਂ ਕੀ ਬਣਾਂਗਾ? ਵੈਲੀ, ਨਸ਼ੇੜੀ, ਹੰਕਾਰੀ, ਗੁਸਤਾਖ. ਮਤਲਬ ਇਹਨੂੰ ਸਮਾਜ ਕਿਵੇਂ ਪਸੰਦ ਕਰੇਗਾ? ਮੈਨੂੰ ਯਾਦ ਆ ਕਿ ਕਾਫੀ ਸਮਾਂ ਪਹਿਲਾਂ ਦੀ ਗੱਲ ਹੈ ਕਿ ਮੈਂ ਇੱਕ ਪ੍ਰਿਜ਼ਨ ਵਿਜ਼ਿਟ 'ਤੇ ਸੀਗਾ, ਅਤੇ ਉੱਥੇ ਯੰਗ ਅਫੈਂਡਰ ਸੀਗੇ, ਮੈਕਸ ਸਿਕਿਉਰਿਟੀ ਦੇ ਵਿੱਚ, ਬੜੀ ਹਾਇਰ ਸਿਕਿਉਰਿਟੀ ਦੀ ਪ੍ਰਿਜ਼ਨ ਹੁੰਦੀ ਹੈ, ਅਤੇ ਉਹਦੇ 'ਚ ਇੱਕ ਯੰਗ ਬੱਚਾ ਮਿਲਿਆ ਪੰਜਾਬੀ ਪਰਿਵਾਰ ਦਾ, ਅਤੇ ਕਾਫੀ ਲੰਮੀ ਚੌੜੀ ਸਾਡੀ ਗੱਲਬਾਤ ਹੋਈ. ਅਤੇ ਉਹ ਗੱਲਬਾਤ ਕਰਨ ਦੇ ਦੌਰਾਨ ਉਹ ਕਹਿੰਦਾ ਹੈ, ਐਕਚੁਅਲੀ ਕੁਝ ਉਹਦਾ ਜੋ ਕ੍ਰਾਈਮ ਸੀਗਾ ਉਹ ਤਾਂ ਸੀਗਾ ਕ੍ਰਾਈਮ ਸਿੱਧਾ ਵਾਇਲੈਂਸ ਨਾਲ ਰਿਲੇਟਡ ਸੀਗਾ, ਗੈਂਗਸ ਸਿਸਟਮ ਦੇ ਨਾਲ ਉਹਦੇ ਵਿੱਚੋਂ ਆ ਰਿਹਾ ਸੀਗਾ, ਵੈਪਨ ਹੈਂਡਲ ਕਰਦਾ ਸੀਗਾ, ਉਹ ਸਾਰੇ ਕਰਕੇ ਉਹਨਾਂ ਨੇ ਉਹਨੂੰ ਉੱਥੇ ਰੱਖਿਆ ਸੀਗਾ. ਅਤੇ ਉਹ ਆਪਣੀ ਫੈਮਿਲੀ ਵਗੈਰਾ ਦੇ ਨਾਲ ਗੱਲਬਾਤ ਨਹੀਂ ਸੀ ਕਰ ਪਾ ਰਿਹਾ, ਫੈਮਿਲੀ ਵਗੈਰਾ ਉਹਨੂੰ ਕੋਈ ਰਿਸਪੌਂਸ ਨਹੀਂ ਸੀ ਕਰ ਰਹੀ, ਅਤੇ ਮਤਲਬ ਇਸ ਤਰੀਕੇ ਬੜਾ ਆਈਸੋਲੇਟ ਸੀਗਾ. ਫਰਸਟ੍ਰੇਸ਼ਨ ਵੀ ਸੀ ਬਹੁਤ ਸਾਰੀ. ਖੈਰ ਯੰਗ ਸੀਗਾ, ਮੇਰੇ ਨਾਲ ਬਾਈ ਚਾਂਸ ਗੱਲਾਂ ਹੋਈਆਂ, ਖੂਬ ਓਪਨ ਮਾਈਂਡਡ ਹੋ ਕੇ ਗੱਲਾਂ ਕਰਦਾ ਮੇਰੇ ਨਾਲ. ਮੈਨੂੰ ਕਹਿੰਦਾ ਹੈ
कहता भी आई नो आई डिड वेरी बैड, आई डिड actually big blunder, big mistakes, but I have few questions, you might help me to answer them. मैं कही दसो। वो कहते क्वेश्चन ये ने कि ਜਦੋਂ मैं बाहर ਸੀਗਾ ਤੇ मैं ये देखदा ਹੁੰਦਾ ਸੀਗਾ ਪਾਰਟੀਆਂ ਤੇ ਹੋਰ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਦੇ ਗਾਣੇ ਵਗੈਰਾ ਚੱਲਦੇ ਹੁੰਦੇ ਸੀਗੇ ਵੀ ਲੈ ਅਸੀਂ ਤੇ ਬੰਦਾ ਮਾਰ ਦਿੰਦੇ ਹਾਂ, ਅਸੀਂ ਤੇ ਗੋਲੀ ਚਲਾ ਦਿੰਦੇ ਹਾਂ, ਅਸੀਂ ਤੇ ਇਸ ਤਰ੍ਹਾਂ ਕਰਦੇ ਨੇ, ਇਸ ਕਿਸਮ ਦੀ ਸਾਰੀ ਗੱਲ ਇਹੋ ਜਿਹੇ ਗਾਣੇ ਚੱਲਦੇ ਸੀ। ਲੋਕੀ ਉਹਨਾਂ ਨੂੰ ਸਟਾਰ ਮੰਨਦੇ ਸੀ, ਲੋਕੀ ਉਹਨਾਂ ਦੇ ਉਹ ਸਾਰੇ ਬੋਲ ਸੁਣ ਕੇ ਬੜੇ ਖੁਸ਼ ਹੁੰਦੇ ਸੀਗੇ। ਕਹਿੰਦੇ ਵੀ ਉਹ ਤਾਂ ਸਿਰਫ ਗਾਉਂਦੇ ਸੀ, ਕਰਦੇ ਸੀ, ਮੈਂ ਤੇ ਪ੍ਰੈਕਟੀਕਲੀ ਕੀਤਾ ਸਾਰਾ ਕੁਛ। ਜੇ ਉਹ ਸਟਾਰ ਨੇ ਤੇ ਮੈਂ ਕਿਉਂ ਨਹੀਂ ਗਾ? ਦੈਟ ਇਜ਼ ਮਾਈ ਕੁਐਸਚਨ, ਪਲੀਜ਼ ਆਨਸਰ ਇਟ। ਮੈਨੂੰ ਤੇ ਮੇਰੀ ਫੈਮਿਲੀ ਨਹੀਂ ਬੁਲਾ ਰਹੀ। ਆਖਰਕਾਰ ਤੁਸੀਂ ਦੱਸੋ ਨਾ ਮੈਨੂੰ, ਡਬਲ ਸਟੈਂਡਰਡ ਕਿਉਂ ਹੈ? ਜਿਹੜਾ ਭਾਈ ਗੁਰਦਾਸ ਜੀ ਨੇ ਬਚਨ ਕਿਹਾ ਨਾ, ਸੁਗੜਾਂ ਵਿੱਚ ਬਹਾਲੀਏ ਆਪ, ਜਿਹੜਾ ਹੈਗਾ ਉਸਨੂੰ ਸੁਗੜਾ ਮੂਰਖ ਜਾਣਦਾ, ਆਪ ਸੁਗੜ ਹੋਏ ਵਰਤੀ ਜਾਣੇ। ਜਿਹੜੇ ਸੁਗੜ ਨੇ ਉਹਨਾਂ ਨੂੰ ਮੂਰਖ ਸਮਝਦਾ। ਹੁਣ ਜਿਵੇਂ ਗੁਰਬਾਣੀ ਸੁਣਨੀ, ਸ਼ਬਦ ਸੁਣਨਾ, ਸੰਗਤ ਕਰਨੀ, ਚੰਗੇਰਿਆਂ ਦੀ ਸੋਹਬਤ ਲੈਣੀ, ਬੰਦੇ ਨੂੰ ਲੱਗਦਾ ਇਹਨਾਂ ਨੂੰ ਕੀ ਪਤਾ, ਮੂਰਖ ਨੇ। ਜੇ ਕਿਤੇ ਭਾਈ ਗੁਰਦਾਸ ਜੀ ਨੇ ਫਿਰ ਅਗਲੀ ਰਚਨਾ 'ਚ ਕਿਹਾ, ਕਹਿਣ ਲੱਗੇ ਕਿ ਜੇ ਕਿਤੇ ਉਹਨੂੰ ਬਿਠਾ ਦਈਏ ਸੁਗੜਾਂ ਵਿੱਚ ਬੈਠਿਆਂ, ਬੋਲ ਵਿਗਾੜ ਉਗੜ ਵਿਖਾਣਾ, ਆਪ ਉਹੋ ਜਿਹੇ ਬੋਲ ਬੋਲਦਾ ਕਿ ਉਗੜ ਜਾਂਦਾ ਉਹਨਾਂ ਦੇ ਵਿੱਚ ਮੂਰਖ ਦੇ ਤੌਰ 'ਤੇ। ਮਤਲਬ ਅਗਵਾਈ ਨਹੀਂ ਲੈਣੀ, ਆਗੂ ਨੂੰ ਨਹੀਂ ਮੰਨਣਾ। ਜਿਹੜਾ ਰਾਹ ਵਿਖਾਇਆ ਗਿਆ ਉਸ ਰਾਹ ਤੋਂ ਖੱਬੇ ਸੱਜੇ ਜਾਂ ਉਹ ਤੋਂ ਆਪੋਜ਼ਿਟ ਚੱਲਣ ਦੀ ਬਾਤ ਕਰਨੀ, ਇਹ ਮਨਮੁਖਤਾ ਆ। ਇਸ ਮਨਮੁਖਤਾ ਨੂੰ ਭਾਈ ਗੁਰਦਾਸ ਜੀ ਹੋੜ ਦੇ ਬਚਨ ਪੂਰਾ ਕਰਦੇ ਆ ਤੇ ਜ਼ਿਕਰ ਕਰਦੇ ਕਿ ਇਹਦੀ ਹਾਲਤ ਕੈਸੀ ਹੈ ਵੀ ਦਿਨ ਨੂੰ ਰਾਤ ਵਿਖਾਣ ਦਾ ਚਾਮ ਚੜਿਕ ਜਿਵੇਂ ਟਾਣਾ ਨੇ, ਗੁਰਮਤ ਮੂਰਖ ਚਿੱਤ ਨਾ ਆਣੇ। ਉਹ ਕਹਿੰਦੇ ਦਿਨ ਨੂੰ ਰਾਤ ਵਿਖਾਣ ਦਾ ਚਾਮ ਚੜਿਕ। ਹੁਣ ਚਾਮ ਚੜਿਕਾਂ ਨੇ ਬੈਟਸ ਜਿਹੜੇ ਹੁੰਦੇ ਨੇ ਜਾਂ ਬਿਲ ਬਤੌਰੀ ਉੱਲੂ ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਹਾਂ, ਇਹ ਦਿਨ ਨੂੰ ਰਾਤ ਵਿਖਾਣ ਦੇ। ਦਿਨ ਚੜਿਆ ਹੁੰਦਾ, ਸਾਰਾ ਸਮਾਜ ਸਾਰਾ ਸੰਸਾਰ ਭੱਜ ਨੱਠ ਕਰਦਾ, ਪੰਛੀ ਪਰਿੰਦੇ ਉੱਡ ਰਹੇ ਸਭ, ਉਹ ਕਿਸੇ ਝਾੜੀਆਂ 'ਚ ਵੜ ਕੇ ਉਹ ਕਹਿੰਦਾ ਰਾਤ ਪਈ ਹੈ। ਉਲਟਾ ਕੰਮ, ਬਿਲਕੁਲ ਉਲਟ ਬਾਸੇ। ਹੁਣ ਇਹ ਜਿਹੜੀ ਹਾਲਤ ਆ, ਇਸ ਹਾਲਤ ਵਿੱਚ ਗੁਰਮਤ ਮੂਰਖ ਚਿੱਤ ਨਾ ਆਣਾ। ਜਿਹੜੀ ਗੁਰੂ ਕੀ ਮੱਤ ਹੈ, ਮੂਰਖ ਨੂੰ ਚੇਤੇ ਨਹੀਂ ਆਉਂਦੀ। ਦਾਨੇ ਲੋਕਾਂ ਦੇ ਬੜੇ ਬਚਨ ਨੇ। ਜਿਹੜਾ ਅਸੀਂ ਮੱਥਾ ਟੇਕਦੇ ਹਾਂ ਨਾ ਇੱਥੇ, ਕਈ ਵਾਰ ਬੰਦਾ ਕਹਿ ਸਕਦਾ ਹੈ ਇਟਸ ਜਸਟ ਏ ਰਿਚੁਅਲ ਔਰ ਸਮ ਕਾਈਂਡ ਆਫ ਜਸਟ ਏ ਐਕਟ, ਔਰ ਸਮ ਪੀਪਲ ਸੇ ਦਿਸ ਇਜ਼ ਜਸਟ ਏ ਟ੍ਰੈਡੀਸ਼ਨ। ਮੈਂ ਇਹਨੂੰ ਇਸ ਤਰ੍ਹਾਂ ਨਹੀਂ ਦੇਖਦਾ। ਮੈਂ ਦੇਖਦਾ ਕਿ ਇਹ ਜਿਹੜਾ ਮੱਥਾ ਟੇਕਣਾ ਆ, ਇੱਕ ਬੜੀ ਸਿਗਨੀਫਿਕੇਸ਼ਨ ਹੈ ਇਹਦੀ। ਦਾਨੇ ਲੋਕ ਕਹਿੰਦੇ ਨੇ ਕਿ ਬੰਦੇ ਦੇ ਕੋਲ ਅਕਲ ਹੋਏ ਬੰਦਾ ਬਾਹਰੋਂ ਵੀ ਲੈ ਲੈਂਦਾ। ਜੇ ਕੋਲ ਹੀ ਅਕਲ ਨਹੀਂ ਗਈ, ਬਾਹਰੋਂ ਵੀ ਨਹੀਂ ਮਿਲਦੀ। ਹਕੀਕਤ ਹੈ। ਜਿਹੜਾ ਆਪ ਹੀ ਮੂਰਖ ਹੋ ਗਿਆ, ਉਹਨੂੰ ਨਾ ਗੁਰੂ ਦੀ ਸਮਝ ਹੈ, ਨਾ ਗੁਰੂ ਦੀ ਮੱਤ ਦੀ ਸਮਝ ਹੈ। ਉਹਨੂੰ ਕੀ ਪਤਾ ਕਿ ਗੁਰੂ ਕਿਸ ਵਾਈਜ਼ ਥਾਟ ਨੂੰ ਜਿਹੜਾ ਹੈਗਾ ਉਹ ਡਿਲੀਵਰ ਕਰ ਰਿਹਾ ਹੈਗਾ। ਤੇ ਸੌਰੀ ਟੂ ਸੇ, ਸਾਨੂੰ ਲੱਗੇਗਾ ਕਿਸੇ ਤੀਸਰੀ ਦੁਨੀਆ ਦੀ ਗੱਲ ਹੋ ਰਹੀ ਹੈ ਸਾਰੀ। ਨੋ 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 ਨੋ, ਇਹ ਸਾਡੀ ਤੁਹਾਡੀ ਗੱਲ ਹੋ ਰਹੀ ਹੈ ਸਾਰੀ। ਮਾਫੀ ਮੰਗਾਂਗਾ, ਮੈਂ ਖੁਦ ਇਸ ਚੀਜ਼ ਨੂੰ ਮੰਜ਼ਰੇ ਆਮ ਕਰਦਾ ਹਾਂ ਅਕਸਰ। ਜੇ ਸਰਲ ਕਰਕੇ ਬਿਆਨ ਕਰਾਂ, ਚਲੋ ਹੁਣ ਤੇ ਕੋਵਿਡ-19 ਕਰਕੇ ਸਭ ਜੋ ਪ੍ਰੋਗਰਾਮ ਵਗੈਰਾ ਚੇਂਜ ਹੋ ਗਏ, ਕੰਗਰੀਗੇਸ਼ਨ ਦਾ ਰੂਪ ਨਾ ਹੋ ਰਿਹਾ। ਪਿਛਲੇ 7-8 ਮਹੀਨਿਆਂ ਤੋਂ ਐਸਾ ਹੀ ਕੋਈ ਦੌਰ ਚੱਲ ਰਿਹਾ। ਪਰ ਅਕਸਰ ਇਹ ਹੋਏਗਾ ਕਿ ਤੁਸੀਂ ਦੇਖੇ ਹੋਣਗੇ, ਖਾਸ ਕਰਕੇ ਜੇ ਮੈਂ ਬਾਤ ਕਰਾਂ ਵਿਆਹ ਸਮਾਗਮਾਂ ਤੋਂ, ਸਾਡੇ ਹੁਣ ਵਿਆਹ ਸਮਾਗਮ ਹੋ ਰਿਹਾ ਹੈ, ਉਹਦੇ ਵਿੱਚ ਵੱਡੀ ਨਫਰੀ, ਇੱਕ ਵੱਡਾ ਕਰਾਊਡ ਜਿਹੜਾ ਹੈਗਾ ਉਹ ਪਾਰਟੀਸਪੇਟ ਕਰ ਰਿਹਾ ਐਜ਼ ਏ ਕੰਗਰੀਗੇਸ਼ਨ। ਮੈਂ ਕਰਾਊਡ ਕਹਿ ਰਿਹਾ, ਪਰ ਐਜ਼ ਏ ਕੰਗਰੀਗੇਸ਼ਨ ਹੀ ਹੁੰਦਾ, ਸੰਗਤ ਦੇ ਰੂਪ ਦੇ ਵਿੱਚ। ਪਰ ਜੇ ਕਿਤੇ ਆਪ ਨੇ ਨੋਟ ਕੀਤਾ ਹੋਏ, ਮੈਂ ਤਾਂ ਵੱਡੇ ਪੱਧਰ 'ਤੇ ਨੋਟ ਕੀਤਾ, ਹਜ਼ਾਰਾਂ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਜਿੱਥੇ
ਵੱਡਾ ਹਿੱਸਾ ਐਸਾ ਹੈ ਜਿਹਨੂੰ ਕੋਈ ਸੈਂਸ ਨਹੀਂ ਕਿ ਇੱਥੇ ਕੀ ਗਾਇਆ ਜਾ ਰਿਹਾ ਹੈ, ਕੀ ਪੜ੍ਹਿਆ ਜਾ ਰਿਹਾ ਹੈ, ਕੀ ਹੋ ਰਿਹਾ ਹੈ। ਹਾਲਾਂਕਿ ਜਿਹੜੀ ਉਹ ਚੀਜ਼ ਆ ਉਹ ਇਤਨੀ ਡਾਇਰੈਕਟਲੀ ਰਿਲੇਵੈਂਟ ਹੈ, ਇਤਨੀ ਡਾਇਰੈਕਟਲੀ ਜਿਹੜੀ ਰਿਲੇਟ ਕਰਦੀ ਹੈ ਸਾਡੀ ਲਾਈਫ ਦੇ ਨਾਲ, ਸਾਡੇ ਜੀਵਨ ਦੇ ਨਾਲ, ਸਾਡੇ ਜੀਵਨ ਦੀਆਂ ਰੋਜ਼ਮਰਰਾ ਦੀਆਂ ਮੁਸ਼ਕਲਾਂ ਤਕਲੀਫਾਂ ਦੇ ਨਾਲ। ਉਹਦੇ ਵਿੱਚ ਇਤਨਾ ਕਮਾਲ ਦਾ ਸਪਿਰਿਚੁਅਲ ਗੁਰੂ ਬਾਬਾ ਜੀ ਮੈਸੇਜ ਪ੍ਰਸਾਦ ਦੇ ਤੌਰ 'ਤੇ, ਨਵਾਜ਼ਿਸ਼ ਦੇ ਤੌਰ 'ਤੇ ਦਿੰਦੇ, ਜਿਹਦਾ ਸਾਨੂੰ ਕੋਈ ਅਹਿਸਾਸ ਨਹੀਂ ਹੈਗਾ। ਸੋ ਇਹ ਚੀਜ਼ ਆ ਗੁਰਮਤ ਮੂਰਖ ਚੇਤਨਾ ਆਣ ਹੈ। ਉਹਨੂੰ ਗੁਰੂ ਕੀ ਮੱਤ ਦਾ ਅਹਿਸਾਸ ਹੀ ਨਹੀਂਗਾ। ਉਸਨੂੰ ਪਤਾ ਹੀ ਨਹੀਂ ਮੈਂ ਕਿਸ ਮਾਹੌਲ ਵਿੱਚ ਹਾਂ, ਮੈਂ ਕਿਹਨੂੰ। ਉੱਥੇ ਸਾਰਾ ਫੋਕਸ ਕਈ ਵਾਰੀ ਉਸ ਸਾਰੇ ਓਕੇਜ਼ਨ ਨੂੰ, ਉਹਦੇ ਗਲੈਮਰਾਈਜ਼ ਰੂਪ ਨੂੰ, ਉਹਨੂੰ ਮਾਨਣ ਦਾ ਉਹਦੇ ਵਿੱਚ ਲੱਗਾ ਪਿਆ ਸਾਰੇ ਦਾ ਸਾਰਾ। ਸੋ ਇਹੋ ਜਿਹੇ ਜਿਹੜੇ ਮਨ ਦੇ ਮੁਰੀਦ ਨੇ ਉਹਨਾਂ ਨੂੰ ਗੁਰਮਤ ਨਹੀਂ। ਹਾਲਾਂਕਿ ਜੇ ਉੱਥੇ ਬਹਿਣਾ ਉਹ ਭਗਤੀ ਹੋ ਜਾਏਗਾ। ਮੈਂ ਤਾਂ ਕਹਿੰਦਾ ਸਾਡਾ ਸਵੇਰ ਭਗਤੀ ਹੈ, ਨਿਤਨੇਮ ਕਰਦੇ ਹਾਂ, ਅਤੇ ਸਾਡੀ ਸਾਰਾ ਦਿਨ ਭਗਤੀ ਹੈ ਜੇ ਅਸੀਂ ਸੁਰਤ ਵਿੱਚ ਕਰਤਾਰ ਦਾ ਅਹਿਸਾਸ ਰੱਖਦੇ ਹਾਂ। ਸਾਡੀ ਸ਼ਾਮ ਭਗਤੀ ਹੈ ਜੇ ਅਸੀਂ ਉਹਨੂੰ ਯਾਦ ਕਰਦੇ ਹਾਂ। ਸਾਡਾ ਸੌਣਾ ਭਗਤੀ ਹੈ ਜੇ ਅਸੀਂ ਉਹਦੇ ਅਹਿਸਾਸ ਵਿੱਚ ਬਿਸਤਰੇ ਦੇ ਉੱਤੇ ਜਾ ਕੇ ਸਿਰ ਰੱਖਦੇ ਹਾਂ, ਖਾਸ ਕਰਕੇ ਜੋ ਸੋਇਲਾ ਗਾਇਆ ਜਾਂਦਾ ਹੈ, ਸਭ ਚੀਜ਼ਾਂ ਹੁੰਦੀਆਂ। ਸਾਡਾ ਤੇ ਜਮਣਾ ਭਗਤੀ ਹੈ ਜੇ ਅਸੀਂ ਰੱਬ ਦੀ ਕਿਰਤੀ ਦੇ ਨਾਲ ਆਪਣੇ ਆਪ ਨੂੰ ਅੰਗੇਜ ਕਰਦੇ ਹਾਂ। ਸਾਡੇ ਤੇ ਸ਼ਬਦ ਦੇਖੋ ਕੈਸੇ ਕੈਸੇ ਨੇ। ਜੇ ਅਸੀਂ ਸ਼ਬਦ ਪੜ੍ਹਦੇ ਹਾਂ ਕਿ ਵਧੀ ਵੇਲ ਬੋ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੇ। ਸਾਨੂੰ ਤਾਂ ਸੁਨੇਹਾ ਦਿੱਤਾ ਜਾਂਦਾ ਹੈ ਵੀ ਜਮਿਆ ਪੂਤ ਭਗਤ ਗੋਬਿੰਦ ਕਾ। ਇਹ ਤੇ ਜਿਹੜੀ ਔਲਾਦ ਆ ਰਹੀ ਹੈ, ਵੇਲ ਵਧੀ ਹੈ ਪਰਿਵਾਰ ਦੀ, ਸਭ ਚੀਜ਼ਾਂ, ਪਰ ਚੇਤੇ ਰੱਖਿਆ ਜੇ ਇਹ ਵੀ ਇੱਕ ਭਗਤੀ ਦਾ ਸੋਰਸ ਹੀ ਆ, ਹੋਰ ਕੁਛ ਨਹੀਂ ਹੈਗਾ। ਜਿਵੇਂ ਜਿਵੇਂ ਜੀਵਨ ਅੱਗੇ ਵੱਧਦਾ, ਇਹਨਾਂ ਮੁਲਕਾਂ 'ਚ ਅਸੀਂ ਬਰਥਡੇ ਸੈਲੀਬ੍ਰੇਸ਼ਨ ਵਗੈਰਾ ਖੂਬ ਕਰਦੇ ਹਾਂ, ਅਤੇ ਇਹਦੇ 'ਚ ਇਹ ਹੈ ਕਿ ਜਿਹੋ ਜਿਹੇ ਸ਼ਬਦ ਗਾਏ ਜਾਂਦੇ ਨੇ ਅਕਸਰ ਉਸ ਪ੍ਰੋਗਰਾਮਾਂ ਦੇ ਵਿੱਚ, ਜੇ ਅਸੀਂ ਯਾਦ ਕਰੋ ਤੇ ਪੂਤਾ ਮਾਤਾ ਕੀ ਆਸੀਸ ਨਿਮਕ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਹੁਣ ਇਹ ਸ਼ਬਦ ਕਹਿ ਕੀ ਰਿਹਾ ਹੈਗਾ? ਕੈਸੀ ਮਤਲਬ ਉਮਦਾ ਸੁਪੀਰੀਅਰ ਕਿਸਮ ਦੀ ਇੱਕ ਵਿਜ਼ਡਮ, ਉਹਦੀ ਇੱਕ ਬਖਸ਼ਿਸ਼ ਨਵਾਜ਼ਿਸ਼ ਹੋ ਰਹੀ ਹੈ, ਉਹਦਾ ਸ਼ਾਵਰ ਹੋ ਰਿਹਾ। ਪਰ ਗੁਰਮਤ ਮੂਰਖ ਚੇਤਨਾਨ ਹੈ। ਜਿਹੜਾ ਮੂਰਖ ਆ, ਜਿਹਨੂੰ ਆਪ ਨੂੰ ਇੰਨੀ ਵੀ ਸੋਝੀ ਨਹੀਂ ਹੈ ਕੀ ਚੀਜ਼ ਹੈ। ਇਹ ਸ਼ਬਦ ਵਿਵੇਕ ਦੀ ਵੀ ਗੱਲ ਕਰਦਾ। ਪਿੱਛੇ ਮੈਂ ਗੁਰਵਿਵੇਕ ਦੀ ਬਾਤ ਕਰ ਰਿਹਾ ਸੀਗਾ। ਅਤੇ ਕਈ ਵਾਰ ਲੋਕ ਕਹਿੰਦੇ ਜੇ ਆਪਣੇ ਕੋਲ ਨਾਮ ਹੀ ਹੋਏ ਕੋਈ ਚੀਜ਼, ਅਕਲ ਸੋਝੀ, ਅਤੇ ਫਿਰ ਕਿਸੇ ਸਿਆਣੇ ਕੋਲ ਚਲਾ ਜਾਏ ਬੰਦਾ। ਅਤੇ ਗੁਰੂ ਤੋਂ ਸਿਆਣਾ ਕੌਣ ਹੈ ਭਾਈ? ਗੁਰਸ਼ਬਦ ਸਿਆਣਪ ਦਾ ਸੋਰਸ ਆ। ਇਹਦੇ ਨਾਲ ਆਪਣੇ ਆਪ ਨੂੰ ਅੰਗੇਜ ਕਰ। ਸਾਹਿਬ ਨੇ ਕਿਹਾ ਮਨਮੁਖ ਭਗਤ ਕਰਹਿ ਬਿਨ ਸਤਿਗੁਰ। ਜਿਹੜੇ ਮਨ ਦੇ ਮੁਰੀਦ ਨੇ, ਜੋ ਭਗਤੀ ਵੀ ਕਰਦੇ ਨੇ ਤੇ ਬਿਨਾਂ ਸਤਿਗੁਰ ਤੋਂ ਕਰਦੇ ਨੇ, ਭਾਵ ਕਿਸੇ ਪ੍ਰੋਪਰ ਇੰਸਟੀਟਿਊਸ਼ਨ ਨੂੰ ਫੋਲੋ ਕਰਨ ਦੀ ਬਜਾਏ ਆਪ ਹੁਦਰਾਪਨ, ਆਪ ਮੁਹਾਰਾਪਨ ਆ ਜਾਂਦਾ ਹੈ। ਵਿਣ ਸਤਿਗੁਰੂ ਭਗਤ ਨਾ ਹੋਈ ਰਾਮ। ਤੇ ਚੇਤੇ ਰੱਖਿਆ ਜੇ ਜਿੱਥੇ ਕੋਈ ਪ੍ਰੋਪਰ ਗਾਈਡੈਂਸ ਨਹੀਂ ਗੀ, ਪ੍ਰੋਪਰ ਕਿਸੇ ਤਰੀਕੇ ਦਾ ਰਾਹ ਨਹੀਂ ਗਾ, ਫਿਰ ਡੈਫੀਨੇਟਲੀ ਜਿਹਨੂੰ ਕਿਹਾ ਸੀਗਾ ਰਾਹ ਛੱਡ ਉੱਜੜ ਪਵੇ, ਫਿਰ ਉਜਾੜ ਦਾ ਰਾਹ ਆ। ਫਿਰ ਬੰਦਾ ਲੋਸਟ ਹੋ ਜਾਂਦਾ ਆ। ਜਿਵੇਂ ਅੱਜ ਅਸੀਂ ਦੇਖਦੇ ਹਾਂ ਗੁਰਮਤ ਇੰਸਟੀਟਿਊਸ਼ਨ ਤੋਂ ਇੱਕ ਵੱਡਾ ਹਿੱਸਾ ਸਾਡਾ ਬਾਗੀ ਹੋ ਰਿਹਾ ਆ ਇਸ ਇੰਟਰਨੈਟ ਦੇ ਦੌਰ ਦੇ ਵਿੱਚ, ਇਸ ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ। ਤੁਸੀਂ ਦੇਖੋ, ਨੋ ਡਾਊਟ ਕੱਲ੍ਹ ਨਾਮ ਕਾਲ ਦਾ ਹੈ। ਅਰਦਾਸ ਇਹ ਹੋਈ ਹੈ ਕਿ ਜੋ ਹੱਕ ਸੱਚ ਵਾਸਤੇ ਲੜਦਾ ਉਹਦੀ ਹਰ ਮੈਦਾਨੇ ਫਤਿਹ ਹੋਏ। ਪਰ ਜਿਵੇਂ ਉੱਥੇ ਫਾਰਮਰ ਐਜੀਟੇਸ਼ਨ ਚੱਲ ਰਿਹਾ, ਸਭ ਚੀਜ਼ਾਂ ਹੋ ਰਹੀਆਂ ਨੇ, ਅਜੇ ਤੱਕ ਕੋਈ ਪੋਜ਼ੀਟਿਵ ਰਿਜ਼ਲਟਸ ਉਸ ਤਰੀਕੇ ਨਾਲ ਨਹੀਂ ਆ ਪਾਇਆ, ਪਰ ਸਟਿਲ ਦੇ ਆਰ ਸਟਰਗਲਿੰਗ, ਦੇ ਆਰ ਡੂਇੰਗ ਆਲ ਦੈਟ। ਇਹ ਸਾਰੇ ਦੇ ਜੇ ਪਿੱਛੇ ਦੇਖਿਆ ਜਾਏ ਤਾਂ ਇੱਕ ਐਸਾ ਡਰ ਦਾ ਮਾਹੌਲ ਪਿਛਲੇ ਕੁਝ ਸਮੇਂ ਦੇ ਵਿੱਚ ਬਣਿਆ ਉੱਥੇ, ਜਿਹਦੇ 'ਚ ਜਿਹੜੀ ਸਟੇਟ ਦੇ ਸਟੇਕ ਹੋਲਡਰ ਸੀਗੇ ਉਹਨਾਂ ਨੇ ਇਸ ਤਰੀਕੇ ਦੇ ਨਾਲ, ਸਟੇਟ ਐਕਟਰਸ ਨੇ ਪਲੇ ਕੀਤਾ ਕਿ ਜਿਹੜੇ ਰਿਆਇਆ ਆ ਲੋਕ ਨੇ ਉਹ ਡਰਾਤੇ, ਉਹ ਬਿਲਕੁਲ ਜਿਹੜਾ ਹੈ ਖੌਫਜ਼ਦਾ ਕਰ ਦਿੱਤੇ। ਅਤੇ ਬਲਕਿ ਹਕੀਕਤ ਇਹ ਹੈ ਅੰਦਰੋਂ ਡਰੇ ਹੋਏ ਉਹੀ ਬੋਲੀ ਸਾਰੇ ਬੋਲਦੇ ਉਸ ਤਰੀਕੇ ਦੇ ਨਾਲ। ਰੀਸੈਂਟਲੀ ਤੁਸੀਂ ਦੇਖਿਆ ਕਿ ਇੱਕ ਬੇਖੌਫ ਆਵਾਜ਼ ਦੇ ਨਾਲ ਇਹ ਚੀਜ਼ ਸਾਹਮਣੇ ਆਈ। ਅਤੇ ਕੋਈ ਛੋਟੀ ਗੱਲ ਨਹੀਂ ਗੀ। ਜੇ ਅਸੀਂ ਕੈਨੇਡਾ ਅਮਰੀਕਾ ਦੀ ਗੱਲ ਕਰਦੇ ਹਾਂ, ਬਲਕਿ ਮੈਂ ਤਾਂ ਕਹਿੰਦਾ ਐਸੇ ਐਜੀਟੇਸ਼ਨ ਜੇ ਪੈਦਾ ਹੁੰਦੇ ਇੱਥੋਂ ਪੈਦਾ ਹੁੰਦੇ।
ਗੋਰਿਆਂ ਦੁਆਰਾ ਪੜ੍ਹੀ ਲਿਖੀ ਜਮਾਤ ਦੁਆਰਾ ਕਿਹਦੇ ਖਿਲਾਫ? ਉਸ ਕਾਰਪੋਰੇਟ ਵਰਲਡ ਦੇ ਦੁਆਰਾ। ਤੁਸੀਂ ਆ ਪੈਂਡੈਮਿਕ ਕੋਵਿਡ-19 ਦੇ ਸਮੇਂ 'ਚ ਵੀ ਇਹਦੇ ਸਮੇਂ ਵਿੱਚ ਸੁਣਿਆ, ਡਾਟਾ ਦੇਖਿਆ, ਪੜ੍ਹਿਆ, ਸੁਣਿਆ ਹੋਣਾ ਆ, ਐਮਾਜ਼ੋਨ ਬਾਰੇ, ਹੋਰ ਬਹੁਤ ਸਾਰੀਆਂ। ਮਤਲਬ ਕਿੱਥੋਂ ਐਡੀਆਂ ਐਡੀਆਂ ਵੱਡੀਆਂ ਆਰਗੇਨਾਈਜੇਸ਼ਨਸ ਖੜੀਆਂ ਹੋ ਗਈਆਂ, ਇੰਨੀਆਂ ਵੱਡੀਆਂ ਕਾਰਪੋਰੇਸ਼ਨਸ ਖੜੀਆਂ ਹੋ ਗਈਆਂ। ਲੋਕ ਸਰਮਾਏ ਨੂੰ ਕਿਸ ਤਰੀਕੇ ਦੇ ਨਾਲ ਹੜਪਿਆ ਜਾ ਰਿਹਾ ਹੈ, ਅਤੇ ਲੋਕ ਇਤਨੇ ਜ਼ਿਆਦਾ ਛੋਟੇ ਹੁੰਦੇ ਜਾ ਰਹੇ ਨੇ ਉਹਨਾਂ ਦੇ ਸਾਹਮਣੇ। ਉਸ ਜਾਇੰਟ ਇੱਕ ਜਿਹਨੂੰ ਕਿਹਾ ਜਾਓ ਕਿ ਸਟੇਟ ਵੀ ਛੋਟੀ ਲੱਗਦੀ ਉਹਦੇ ਸਾਹਮਣੇ। ਆਈ ਵਾਜ਼ ਰੀਡਿੰਗ ਐਕਚੁਅਲੀ ਫਿਊ ਮੰਥਸ ਬੈਕ ਅਬਾਊਟ ਸਮ ਕਾਈਂਡ ਆਫ ਸੋਰਟ ਆਫ ਐਮਾਜ਼ੋਨ ਦੇ ਬਾਰੇ, ਵੀ ਕਿਸ ਤਰੀਕੇ ਦੇ ਨਾਲ ਪੂਰਾ ਦਾ ਪੂਰਾ ਬਿਜ਼ਨਸ ਮਾਡਲ ਬਣਿਆ ਉਹਦਾ, ਕਿਵੇਂ ਮਤਲਬ ਉਮਦਾ ਅਤੇ ਬੜੇ ਹਾਈਲੀ ਐਜੂਕੇਟਡ ਲਾਇਰ ਅਮਰੀਕਾ, ਕੈਨੇਡਾ, ਯੂਰਪ ਵਿੱਚੋਂ ਹਾਇਰ ਕਰਦੇ ਨੇ, ਫਿਰ ਉਹਨਾਂ ਨੂੰ ਅਗਾਂ ਪੋਲੀਟੀਸ਼ੀਅਨਸ ਦੇ ਨਾਲ ਅੰਗੇਜ ਕਰਦੇ ਨੇ, ਫਿਰ ਉਹਨਾਂ ਤੋਂ ਉਹੋ ਜਿਹੀਆਂ ਪੋਲਿਸੀਜ਼ ਜਿਹੜੀਆਂ ਜਨਰੇਟ ਕਰਦੇ ਨੇ। ਉਹ ਤਾਂ ਪਤਾ ਲੱਗਾ ਕਿ ਇੰਨੇ ਸਾਲਾਂ ਤੋਂ ਇੱਕ ਪੈਸਾ ਵੀ ਕਿਸੇ ਟੈਕਸ ਦਾ ਨਹੀਂ ਭਰਿਆ ਉਹਨੇ, ਸਾਰੇ ਦਾ ਸਾਰਾ ਜਿਹੜਾ ਹੈਗਾ ਇਹ ਸਾਰਾ ਲੋਕ ਜਿਹੜਾ ਸਰਮਾਇਆ ਉਹਦੇ ਸਿਰ ਦੇ ਉੱਤੇ ਉਸਰਿਆ ਹੈਗਾ। ਪਰ ਇਹ ਸਭ ਚੀਜ਼ਾਂ ਇੱਥੇ ਨਾ ਹੋ ਸਕੀਆਂ ਕਿਉਂਕਿ ਉਹਦੇ ਲਈ ਕੁਝ ਚੀਜ਼ਾਂ ਜਿਹੜੀਆਂ ਨੇ ਬੇਸਿਕ ਲੈਵਲ 'ਤੇ ਚਾਹੀਦੀਆਂ ਨੇ। ਇੱਕ ਤਾਂ ਇਹ ਕੋਈ ਇਹੋ ਜਿਹੀ ਹਿਸਟਰੀ, ਵਿਰਸਾ ਜਿਹਦੇ ਵਿੱਚ ਰਜਿਸਟ ਕਰਨ ਦੀ ਐਬਿਲਿਟੀ ਹੋਏ, ਜੈਸੇ ਮਰਜ਼ੀ ਹਾਲਾਤ ਹੋਣ। ਇਹ ਕੋਈ ਗੁਰੂ ਨੇ ਨਵਾਜਿਸ਼ ਕੀਤੀ ਹੈ, ਜਿਹੜੀ ਇਹ ਨਵਾਜਿਸ਼ ਆ, ਇੱਕ ਤਾਂ ਇਹ ਚੀਜ਼ ਆਈ। ਫਿਰ ਰਜਿਸਟੈਂਸ ਦੇ ਨਾਲ ਕਰੇਜ ਹੋਣੀ। ਕਰੇਜ ਇਹ ਨਹੀਂ ਕਿ ਦੂਜੇ ਦੇ ਬਰਾਬਰ ਹੀ ਖੜਨਾ, ਕਰੇਜ ਹੁੰਦਾ ਆਪਣੇ ਆਪ ਦੇ ਬਰਾਬਰ ਖੜਨਾ, ਪਹਿਲਾਂ ਆਪਣੇ ਡਰ ਤੋਂ ਬਾਹਰ ਨਿਕਲਣਾ ਆ। ਜਿਹੜਾ ਆਪਣੇ ਡਰ ਤੋਂ ਹੀ ਬਾਹਰ ਨਹੀਂ ਨਿਕਲਿਆ ਉਹ ਦੂਸਰੇ ਦੇ ਸਾਹਮਣੇ ਕੀ ਖੜਾ ਹੋਏਗਾ। ਸੋ ਇਹ ਸਾਰੀਆਂ ਚੀਜ਼ਾਂ ਇਸ ਲੈਵਲ 'ਤੇ ਦੇਖੋ ਕਿੱਡੇ ਕਮਾਲ ਦੀ ਵਿਰਾਸਤ, ਕਿੱਡੇ ਕਮਾਲ ਦਾ ਰੰਗ ਆ। ਪਰ ਤੁਸੀਂ ਦੇਖਿਆ ਹੋਏਗਾ ਇੰਟਰਨੈਟ 'ਤੇ ਹੋਰ ਜਗ੍ਹਾ ਦੇ ਉੱਤੇ ਇਹੋ ਜਿਹੇ ਸੋਸ਼ਲ ਮੀਡੀਆ 'ਤੇ ਪਿਛਲੇ ਲੰਬੇ ਸਮੇਂ ਤੋਂ ਐਸੀਆਂ ਬਾਤਾਂ, ਐਸਾ ਚੁੰਚ ਗਿਆਨ ਜਿਹੜਾ ਗੁਰਮਤ ਦਾ ਬੜਾ ਸਟੇਟ ਫਾਰਵਰਡ ਅਤੇ ਸਿੰਪਲ ਸਕੂਲ ਆਫ ਥਾਟ ਆ, ਉਸ ਨੂੰ ਫੋਲੋ ਕਰਨ ਦੀ ਬਜਾਏ ਬੰਦਾ ਬੇੜੇ ਵਿੱਚ ਬਹਾਲੀਏ ਕੁੱਦ ਪਵੇ ਵਿੱਚ ਵਹਿਣ ਤੇ ਗਾਣੇ, ਆਪ ਉਸ ਤੋਂ ਬਾਹਰ ਜੰਪ ਕਰਕੇ ਤੇ ਛਾਲਾਂ ਮਾਰ ਰਹੇ ਤੇ ਤਰ ਰਹੇ ਪਏ ਅਸੀਂ ਅੱਗੇ, ਸਾਡੇ ਤੋਂ ਜਾਚ ਸਿੱਖੋ, ਅਸੀਂ ਸਿਖਾਵਾਂਗੇ ਤੁਹਾਨੂੰ, ਅਸੀਂ ਤੁਹਾਨੂੰ ਗੁਰਮਤ ਸਿਖਾਵਾਂਗੇ। ਭਈ ਨੋ ਡਾਊਟ ਜਦੋਂ ਕਮਿਊਨਿਟੀਜ਼ ਮੂਵ ਕਰਦੀਆਂ ਨੇ, ਤੇ ਜਿਨ੍ਹਾਂ ਨੂੰ ਬੜੇ ਲੰਬੇ ਸਮੇਂ ਸਰਵਾਈਵਲ ਦੀ ਪ੍ਰੋਬਲਮ ਰਹੀ ਹੋਏ, ਜਿਨ੍ਹਾਂ ਦਾ ਵਾਹ ਵਾਸਤਾ ਡਾਇਰੈਕਟਲੀ ਕੂੜ ਨਾਲ ਪ੍ਰਣਾਏ ਹੋਏ ਸਿੱਧੇ ਵੱਡੇ ਨਿਜ਼ਾਮ ਨਾਲ ਹੋਇਆ ਹੋਏ, ਭਈ ਇਸ਼ੂਜ਼ ਤੇ ਬਹੁਤ ਕਿਸਮ ਦੇ ਆ ਜਾਂਦੇ ਨੇ ਉੱਥੇ। ਪਰ ਜੇ ਤੁਸੀਂ ਇਮਾਨਦਾਰ ਹੋ ਤੇ ਫਿਰ ਉਸ ਗੁਰਮਤਿ ਸਕੂਲ ਦੀ ਪਹਿਲਾਂ ਗਲੋਰੀ ਉਹਨੂੰ ਤੇ ਮਾਣੋ, ਪੂਰੀ ਤਰ੍ਹਾਂ ਉਹਨੂੰ ਦੇਖੋ ਸਰੂਪ ਦੇ ਵਿੱਚ। ਇੱਥੇ ਗੁਰੂ ਬਾਬਾ ਜੀ ਨੇ ਬਿਆਨ ਕੀਤਾ ਕਿ ਜਿਹੜਾ ਮਨ ਦਾ ਮੁਰੀਦ ਹੈ, ਵਿਣ ਸਤਿਗੁਰ ਭਗਤ ਨਾ ਹੋਈ ਰਾਮ, ਉਹ ਫਿਰ ਹੋਰ ਜੋ ਮਰਜ਼ੀ ਕਰ ਲੇ ਪਰ ਭਗਤੀ ਨਹੀਂ ਹੁੰਦੀ ਉਹਦੇ ਤੋਂ, ਭਗਤ ਦੀ ਤਾਂ ਤੈਨੂੰ ਸਿਹਾਰੀ ਪਈ ਹੈ। ਉਹ ਫਿਰ ਹਾਂ ਚੁੰਚ ਗਿਆਨ ਹੋ ਸਕਦਾ ਆ, ਹੋਰ ਕਿਸੇ ਕਿਸਮ ਦੀ ਬਾਤ ਹੋ ਸਕਦੀ, ਪਰ ਜਿਹੜੀ ਭਗਤੀ ਦਾ ਸ਼ਾਂਤੀ ਦਾ ਰੰਗ ਜਿਹੜਾ ਅੰਦਰ ਚੜ੍ਹਨਾ ਹੈ ਉਹ ਨਹੀਂ ਚੜ੍ਹ ਪਾਉਂਦਾ। ਅਗਲਾ ਬਚਨ ਲਿਖਿਆ, ਹਉ ਮੈਂ ਮਾਇਆ ਰੋਗ ਵਿਆਪੇ, ਐਗਜ਼ੈਕਟਲੀ ਦੱਸ ਦਿੱਤਾ। ਮਾਇਆ ਇਲੂਜਨ, ਭੁਲੇਖਾ, ਹਉ ਮੈਂ ਈਗੋ, ਹੰਕਾਰ, ਜਿਹੜੀ ਇਹ ਚੀਜ਼ ਆ ਇਹਦਾ ਰੋਗ ਵਿਆਪਦਾ ਆ। ਫਿਰ ਤੇ ਇਸ ਰੋਗ ਦਾ ਬੰਦਾ ਜਦੋਂ ਸ਼ਿਕਾਰ ਹੋ ਜਾਂਦਾ ਆ, ਜਿਵੇਂ ਸਪੋਜ਼ ਕਰੋ ਲੋਕ ਕਹਿੰਦੇ ਕੋਵਿਡ ਜਿਹੜਾ ਆ ਇਹ ਕਮਿਊਨਿਟੀ ਜਿਹੜੀ ਹੈਗੀ ਇਹਦੀ ਸਪਰੈਡ ਹੁੰਦਾ ਆ, ਕਮਿਊਨਿਟੀ ਦੇ ਵਿੱਚ ਜਿਹੜਾ ਇੱਕ ਦੂਜੇ ਤੋਂ ਇਸ ਤਰੀਕੇ ਨਾਲ ਅਸੀਂ ਕੈਰੀਅਰ ਬਣਨੇ ਆ, ਅਤੇ ਅਸੀਂ ਇੱਕ ਦੂਜੇ ਨੂੰ ਇਸ ਤਰੀਕੇ ਨਾਲ ਟਰਾਂਸਫਰ ਕਰਦੇ ਹੈਗੇ ਆ। ਨੋ ਡਾਊਟ, ਅਤੇ ਇਕੱਲਾ ਨਹੀਂ ਗਾ, ਇਹ ਅਲਾਮਤਾਂ ਲਾਗ ਦੀ ਬਿਮਾਰੀ ਜਿਹੜੀ ਹੈ ਇਹ ਹੋਰ ਵੀ ਹੈ। ਜੇ ਬੰਦਿਆਂ ਦੇ ਵਿੱਚ ਤੁਹਾਨੂੰ ਕੋਈ ਇੱਕ ਇਹੋ ਜਿਹਾ ਸੈਕਟ ਦਿਸੇ ਜਿਹਦੇ 'ਚ ਗੁਣ ਨੇ, ਜਿਹਦੇ 'ਚ ਕਿਰਦਾਰ ਹੈ, ਜਿਹਦੇ 'ਚ ਅਸੂਲਾਂ ਦਾ ਪੱਖ ਆ, ਉਹਦਾ ਪ੍ਰਭਾਵ ਪੈ ਜਾਏਗਾ। ਸੰਗਤ ਇਹਨੂੰ ਹੀ ਕਿਹਾ ਜਾਂਦਾ। ਅਤੇ ਜਿੱਥੇ ਬੇਅਸੂਲੀ ਹੈ, ਬੇਨੀਮੀ ਹੈ, ਜੀਵਨ ਦੇ ਵਿੱਚ ਇੱਕ ਦੂਜੇ ਤੋਂ ਅੱਗੇ ਵੱਧ ਕੇ ਨਿਵਣ ਅਤੇ ਡਿੱਗਣ 'ਤੇ ਉਸ ਕਿਸਮ ਦੀ ਅਲਾਮਤ ਹੈ, ਉਹ ਵੀ ਲਾਗ ਦੀ ਬਿਮਾਰੀ ਹੈ। ਜਿੱਥੇ ਲੋਕ ਹੰਕਾਰ ਨਾਲ ਪ੍ਰਣਾਏ ਨਜ਼ਰ ਪੈਣਗੇ, ਇੱਕ ਆਪਣੇ ਹੰਕਾਰ ਦੀ ਡੈਮੋਸਟ੍ਰੇਸ਼ਨ ਕਰੇਗਾ, ਦੂਜਾ ਕਹੇਗਾ ਲੈ ਮੈਂ ਤੇਰੇ ਤੋਂ ਘੱਟ ਆ, ਮੇਰੇ ਤੋਂ ਉਦੋਂ ਵੱਧ ਆ। ਇੱਕ ਬੰਦਾ ਕਿਸੇ ਭਰਮ ਭੁਲੇਖੇ ਦੇ ਵਿੱਚ, ਕਿਸੇ ਇਲੂਜ਼ਨ ਦੇ ਵਿੱਚ ਬਿਹੇਵ ਕਰੇਗਾ, ਜਿਵੇਂ ਲਾਲਚ, ਸਵਾਰਥ, ਹਵਸ, ਅਲਟੀਮੇਟਲੀ ਤੇ
ਕੱਲ ਨਾਮ ਕਾਲ ਦਾ ਆ, ਕਿਹੜਾ ਸਦਾ ਰਿਹਾ ਇੱਥੇ। ਅੱਜ ਹੈਗੇ ਆ, ਕੱਲ ਨਹੀਂ ਹੋਵਾਂਗੇ। ਆਸਾ ਆਇਆ, ਅਗਲਾ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ। ਜੇ ਬੰਦਾ ਇਹ ਸੋਚੇ ਇਸ ਸਾਹ ਦੇ ਵਿੱਚ, ਅੱਜ ਵਿੱਚ, ਹੁਣ ਵਿੱਚ ਚੰਗਾ ਹੀ ਕੰਮ ਕਰਨਾ ਹੈ, ਜੋ ਵਿਵੇਕ ਦੱਸਦਾ ਉਹਦੇ ਉੱਤੇ ਪਹਿਰਾ ਦੇਣਾ ਹੈ। ਦੂਸਰੇ ਨੇ ਇਹਨੂੰ ਦੇਖਿਆ, ਹਾਂ ਭਾਈ ਇਸ ਤਰੀਕੇ ਨਾਲ। ਪਰ ਜਿੱਥੇ ਬੰਦਾ ਇਸ ਕਿਸਮ ਵਿੱਚੋਂ ਬਾਹਰ ਆ ਗਿਆ ਤੇ ਇੱਕ ਐਸੀ ਦੁਨੀਆ ਬਣਾ ਲਈ ਕਿ ਹਾਂ ਮੈਂ ਠੱਗੀ ਠੋਰੀ ਕਰ ਲਵਾਂ, ਮੈਂ ਦੂਜਿਆਂ ਤੋਂ ਲਾਹਾ ਫਾਇਦਾ ਚੱਕ ਲਵਾਂ, ਮੈਂ ਇਸ ਕਿਸਮ ਦਾ ਨੀਵਾਂ ਕਿਸੇ ਨੂੰ ਵਿਖਾ ਦੇਵਾਂ, ਸਭ ਇਲੂਜ਼ਨ ਹੈ, ਰੋ ਗਿਆ। ਗੁਰੂ ਸਾਹਿਬ ਕਹਿੰਦੇ ਮਨ ਦਾ ਮੁਰੀਦ ਜਿਹੜਾ ਆ, ਹਉਮੈ ਮਾਇਆ ਰੋਗ ਵਿਆਪੇ, ਮਰ ਜਨਮੈ ਦੁੱਖ ਹੋਈ ਰਾਮ। ਤੇ ਫਿਰ ਕੁਦਰਤ ਇਹੋ ਜਿਹੀ ਜਿਹੜੀ ਖਾਸ ਕਰਕੇ ਜਿਹੜੀ ਇਹੋ ਜਿਹਾ ਜੀਵ ਆ, ਉਹਨੂੰ ਤੇ ਫਿਰ ਰੀਸਾਈਕਲ ਕਰਦਾ ਵਾਰ-ਵਾਰ, ਜਿਹਨੂੰ ਰੀਕਾਰਨੇਸ਼ਨ ਕਹਿੰਦੇ ਹਾਂ ਅਸੀਂ। ਇਹ ਫਿਰ ਲਗਾਤਾਰ ਚੱਲਦਾ ਹੈ। ਫਿਰ ਉਹ ਜਿਹੜਾ ਮੁਕਤੀ ਦਾ ਕਨਸੈਪਟ ਆ, ਸਭ ਕਹਿੰਦੇ ਫਿਰ ਮੋਕਸ਼ਾ ਭੁੱਲ ਜਾਏ। ਫਿਰ ਹਾਲਤ ਇਹ ਹੈ, ਮਰ ਜਨਮੈ ਦੁੱਖ ਹੋਈ ਰਾਮ, ਮਰ ਜਨਮੈ ਦੁੱਖ ਹੋਈ ਦੂਜਾ ਭਾਏ, ਪਰਜ ਵਿਗੋਈ। ਇਕੱਲੇ ਦੀ ਗੱਲ ਨਹੀਂ ਹੋ ਰਹੀ, ਪਰਜ ਵਿਗੋਈ ਪ੍ਰਜਾ, ਲੁਕਾਈ ਪੂਰੀ ਦੀ ਪੂਰੀ, ਵੱਡਾ ਸਮਾਜ ਦਾ ਹਿੱਸਾ ਇਸ ਤਰ੍ਹਾਂ ਵਿਗੋਈ, ਮਤਲਬ ਖੁਆਰ ਹੋ ਰਿਹਾ ਹੈਗਾ। ਕਿਆ ਮਰ ਜਨਮੈ ਦੁੱਖ ਹੋਈ ਦੂਜਾ ਪਾਏ, ਪਰਜ ਵਿਗੋਈ, ਵਿਣ ਗੁਰ ਤਤ ਨਾ ਜਾਣਿਆ। ਤਤ ਰਿਐਲਿਟੀ, ਜਿਹੜਾ ਜਿਹਨੂੰ ਕਿਹਾ ਜਾਏ ਕਿ ਕਹਿੰਦੇ ਰੱਬ ਅਲਟੀਮੇਟ ਰਿਐਲਿਟੀ ਹੈ, ਅਕੀਦੀ ਹਕੀਕਤ, ਸੱਚ ਰੱਬ ਹੈ। ਤੇ ਉਸ ਸੱਚ ਤੱਕ ਪਹੁੰਚਣ ਲਈ ਜਿਹਨੂੰ ਬਾਣੀ ਨੇ ਕਿਹਾ ਸੀ, ਪਹਿਲਾਂ ਮਰਨ ਕਬੂਲ, ਕਾਲ ਨੂੰ ਅਹਿਸਾਸ ਵਿੱਚ ਲੈ ਕੇ ਆ। ਕਾਲ ਸਦੀਵ ਜ਼ਈ ਹੈ, ਇਹ ਤੂੰ ਭੱਜ ਨਹੀਂ ਸਕਦਾ। ਜਦੋਂ ਇਹੋ ਜਿਹਾ ਬੰਦਾ ਸੱਚ ਅਪਣਾ ਲਵੇ ਤੇ ਫਿਰ ਕਹੇ ਕਿ ਮਹਿਮਾਨ ਦੇ ਤੌਰ ਤੇ ਸੰਸਾਰ ਤੇ ਹੈਗਾ, ਉਹ ਅਮਲ ਕਰਾਂ ਜਿੱਤੇ ਵਿਦਾਇਗੀ ਦੇ ਸਮੇਂ ਵੀ ਜੇ ਮੁੜ ਕੇ ਪਿੱਛੇ ਵੇਖਾਂ ਤੇ ਆਪਣੇ ਆਪ ਦੇ ਵਿੱਚ ਖੁਸ਼ੀ ਤੇ ਗੁਮਾ ਹੋਏ। ਸਭ ਨੇ ਬਿਆਨ ਕੀਤਾ, ਵਿਣ ਗੁਰ ਤਤ ਨਾ ਜਾਣਿਆ। ਜਿਹਦੇ ਕੋਲ ਗੁਰ ਦੀ ਰੌਸ਼ਨੀ ਨਹੀਂ, ਜਿਹਦੇ ਕੋਲ ਵਿਵੇਕ ਨਹੀਂ, ਜਿਹਦੇ ਕੋਲ ਇਨਰ ਇਨਸਟਿੰਕਟ ਨਹੀਂ, ਜਾਂ ਜਿਹੜਾ ਗੁਰਮਤਿ ਇੰਸਟੀਟਿਊਸ਼ਨ ਜਿਸ ਕਿਸਮ ਦੇ ਨਾਲ ਇਹੋ ਜਿਹੀ ਸਿੱਖਿਆ ਦਾ ਪੱਖ ਨਹੀਂਗਾ, ਉਹਦੀ ਹਾਲਤ ਇਹ ਹੈ, ਉਹ ਫਿਰ ਜੀਵਨ ਦੀ ਇਸ ਰਿਐਲਿਟੀ ਨੂੰ ਸਮਝ ਨਹੀਂ ਪਾਏਗਾ। ਭਗਤ ਵੀ ਹੋਣਾ ਸਭ ਜਗ ਭਰਮਿਆ, ਅੰਤ ਗਿਆ ਪਛਤਾਨਿਆ। ਭਗਤੀ ਤੋਂ ਵੀ ਹੋਣਾ ਸ਼ਖਸ ਜਿਹੜਾ ਆ, ਉਹ ਸਭ ਜਗ ਭਰਮਿਆ, ਉਹ ਭਟਕੇਗਾ, ਇਤਨਾ ਭਟਕੇਗਾ ਕਿ ਅੰਤ ਗਿਆ ਪਛਤਾਨਿਆ ਅਖੀਰ। ਕਿਉਂਕਿ ਜੇ ਬੰਦਾ ਸਪੋਜ਼ ਕਰੋ ਕਹਿੰਦੇ ਅੰਤ ਭਲਾ ਸਭ ਭਲਾ, ਕਈ ਵਾਰ ਮਿਹਨਤ ਕਰਨੀ ਪੈਂਦੀ ਹੈ, ਮੁਸ਼ੱਕਤ ਕਰਨੀ ਪੈਂਦੀ ਹੈ, ਐਕਸਟਰਾ ਐਫਰਟਸ ਪਾਉਣੀ ਪੈਂਦੀ ਕਿਸੇ ਚੀਜ਼ ਨੂੰ, ਪਰ ਅਖੀਰ ਉਹਦਾ ਰਿਜ਼ਲਟ ਜੇ ਪੋਜ਼ਿਟਿਵ ਆ ਜਾਏ, ਬੰਦਾ ਕਹਿੰਦਾ it was actually very big struggle but at the end I got my fruit, ਮੈਨੂੰ ਕੁਝ ਦਾ ਫਲ ਮਿਲ ਗਿਆ। ਪਰ ਗੁਰੂ ਬਾਬਾ ਜੀ ਕਹਿੰਦੇ ਜਿੱਥੇ ਗੁਰ ਵੀ ਹੋਣਾ ਬੰਦਾ ਆ, ਗਿਆਨ ਵੀ ਹੋਣਾ ਬੰਦਾ ਆ, ਗੁਰਮਤ ਦੇ ਉਸ ਰਾਹ ਤੋਂ, ਵਿਵੇਕ ਤੋਂ, ਉਸ ਚੀਜ਼ ਤੋਂ ਟੁੱਟਾ ਹੋਇਆ ਆ, ਭਗਤ ਵੀ ਹੋਣਾ ਸਭ ਜਗ ਭਰਮਿਆ। ਉਹ ਜਿੰਨਾ ਮਰਜੀ ਭਟਕ ਲੇ, ਅੰਤ ਗਿਆ ਪਛਤਾਨਿਆ, ਅਖੀਰ ਪਛਤਾ ਕੇ ਵਿਦਾ ਹੋਏਗਾ। ਅਖੀਰ ਝੋਲੀ ਦੇ ਵਿੱਚ ਸਵਾਏ ਪਛਤਾਵੇ ਤੋਂ ਹੋਰ ਕੁਝ ਨਹੀਂ ਪਏਗਾ। ਅਗਲਾ ਵਚਨ ਹੈ, ਕੋਟ ਮਧੇ ਕਿਨਹਿ ਪਛਾਨਿਆ। ਹਰ ਇੱਕ ਬਸ਼ਰ, ਹਰ ਇੱਕ ਮਨੁੱਖ ਇਸ ਗੱਲ ਦਾ ਧਾਰਨੀ ਹੋਏ, ਇਸ ਗੱਲ ਨੂੰ ਜਾਣ ਲਵੇ, ਅਪਣਾ ਲਵੇ, ਇਹ ਜ਼ਰੂਰੀ ਨਹੀਂਗਾ। ਮਹਾਰਾਜ ਨੇ ਬਿਆਨ ਕੀਤਾ, ਕੋਟ ਮਧ ਹੈ ਕਿਨਹਿ ਪਛਾਣਿਆ। ਕਰੋੜਾਂ 'ਚ ਕੋਈ ਹੈ ਜਿਹਨੂੰ ਇਸ ਚੀਜ਼ ਪਛਾਣਨ ਤੇ ਚੀਨਣ ਦੀ ਯਾਦ ਆ ਗਈ। ਇਸ ਲਈ ਕਿਹਾ ਗਿਆ ਸੀਗਾ, ਬਾਣੀ ਬਿਰਲੋ ਵਿਚਾਰਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਕਰਵਾਸਾ ਹੋਏ। ਹਰ ਇੱਕ ਨੂੰ ਤੇ ਨਹੀਂ ਇਹਦੀ ਸੋਝੀ ਆਉਂਦੀ। ਇਸ ਲਈ ਸਿੱਖੀ ਆਸ਼ੇ ਦੇ ਵਿੱਚ ਜਿਹੜਾ ਸਿੱਖੀ ਦਾ ਅਸਲ ਰੰਗ ਹੈ, ਉਹਦੇ 'ਚ ਕਿਹਾ ਗਿਆ, ਹੈਣ ਵਿਰਲੇ ਨਾਹੇ ਘਣੇ। ਬਹੁਤੇ ਤੇ ਨਹੀਂ, ਵਿਰਲੇ ਨੇ, ਪਰ ਸਾਹਿਬ ਕਹਿੰਦੇ ਕੋਟ ਮਧ ਹੈ ਕਿਨਹਿ ਪਛਾਣਿਆ, ਹਰ ਨਾਮਾ ਸੱਚ ਸੋਈ। ਤੇ ਉਸੇ ਨੂੰ ਹੀ ਅਸਲ 'ਚ ਸੱਚਾ ਉਹ ਨਾਮ ਰੂਪ ਜਿਹੜਾ ਉਹਦੀ ਸੋਝੀ ਆ ਕੇ ਪ੍ਰਾਪਤ ਹੁੰਦੀ ਹੈ। ਬਿਲਕੁਲ ਅੰਤਰੀ ਲਾਈਨ ਹੈ, ਨਾਨਕ ਨਾਮ ਮਿਲੇ ਵਡਿਆਈ, ਦੂਜਾ ਪਾਏ ਫਤ ਖੋਈ। ਇਹ ਨਾਨਕ ਕਹਿ, ਨਾਮ ਨਾਲ ਹੀ ਵਡੱਪਨ ਹੈ, ਨਾਮ ਨਾਲ ਹੀ ਵਡਿਆਈ ਹੈ। ਅਦਰਵਾਈਜ਼ ਬੰਦੇ ਦੀ ਬੇਪਤੀ ਦਾ ਮਾਇਨਾ ਹੀ ਇਹ ਹੈ, ਬੰਦਾ ਲੋਕ ਤੇ ਪਰਲੋਕ ਦੋਵੇਂ ਗਵਾ ਜਾਂਦਾ ਹੈ। ਜਿਹਨੂੰ ਸਾਹਿਬ ਨੇ ਕਿਹਾ ਸੀ ਨਾ, ਦੀਨ ਗਵਾਇਆ ਦੁਨੀ ਸੋ ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ। ਗਾਫਲ ਨੇ ਆਪਣੇ ਪੈਰ ਤੇ ਆਪ ਹੀ ਕੁਹਾੜਾ ਮਾਰ ਲਿਆ।
ਦੀਨ ਦੁਨੀ ਵਾਸਤੇ ਛੱਡਤਾ ਤੇ ਦੁਨੀ ਦੁਨੀ ਇੱਕ ਦਿਨ ਇਹਨੂੰ ਛੱਡ ਗਈ। ਸੋ ਇਹ ਪੱਤ ਗਵਾਉਣੀ ਹੈ। ਅਸੀਂ ਐਸੀ ਪੱਤ ਨਾ ਗਵਾਈਏ। ਅਸੀਂ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਧਾਰਨ ਕਰਕੇ ਇਸ ਮਨੁੱਖੀ ਜੀਵਨ ਨੂੰ ਸਹੀ ਰੂਪ ਵਿੱਚ ਮਾਣੀਏ। ਗੁਰੂ ਆਸ਼ੇ ਮੁਤਾਬਕ ਬੀਇੰਗ ਏ ਸਿੱਖ ਜੀ ਸਕੀਏ। ਇੰਨੀਆਂ ਬੇਨਤੀਆਂ ਨਾਲ ਹੀ ਸਮਾਪਤੀ। ਇੱਕ ਵਾਰ ਫਿਰ ਸਮੁੱਚੇ ਜਗਤ ਦੇ ਕਲਿਆਣ ਹਿਤ ਅਰਦਾਸ ਕਰਦਿਆਂ ਹੋਇਆਂ ਇੱਥੇ ਹੀ ਆਪ ਸਮੂਹ ਸੰਗਤ ਤੋਂ ਇਜਾਜ਼ਤ ਚਾਹੁੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।